ਕੀ ਕਮੀ ਰਹਿ ਗਈ ਸੀਗੀ ਪਿਛਲੀਆਂ ਚੋਣਾਂ ਦੇ ਵਿੱਚ ਤੁਹਾਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ? ਲੋਕ ਜਿਹੜੇ ਆ ਉਹ ਕਿਤੇ ਨਾ ਕਿਤੇ ਉਹਨਾਂ ਦੇ ਝੂਠ ਦੀਆਂ ਗੱਲਾਂ ਉੱਪਰ ਯਕੀਨ ਕਰ ਗਏ ਔਰ ਵੱਡੇ ਲੈਵਲ ਤੇ ਜਿਹੜੀਆਂ ਆ ਉਹ ਲਗਭਗ ਜਿਹੜੀਆਂ 70 ਤੋਂ ਵੱਧ ਸੀਟਾਂ ਦੇ ਕੇ ਕਾਂਗਰਸ ਸਰਕਾਰ ਬਣ ਗਈ। ਟੰਡਲ ਸਾਹਿਬ, ਤੁਸੀਂ ਬੇਅਦਬੀ ਦੀ ਗੱਲ ਕੀਤੀ ਹੈ ਕਿ 2017 ਦੇ ਵਿੱਚ ਕਿਤੇ ਨਾ ਕਿਤੇ ਕਾਰਨ ਬਣਿਆ ਸੀਗਾ, ਪਰ ਵਿਰੋਧੀ ਤਾਂ ਤੁਹਾਨੂੰ ਹੁਣ ਵੀ ਘੇਰ ਰਹੇ ਨੇ ਬੇਅਦਬੀ ਦੇ ਮਾਮਲੇ ਨੂੰ ਲੈ ਕੇ। 5 ਸਾਲ ਫਿਰ ਇਹ ਸਰਕਾਰ ਬਣੀ ਆ, ਇਹਨਾਂ ਕੋਲ ਪੂਰਾ ਬਹੁਮਤ ਸੀ। ਕੀ ਕਾਰਨ ਹੋਇਆ ਨਹੀਂ, ਕਿਉਂ ਨਹੀਂ ਉਹ ਗੱਲ ਸਾਹਮਣੇ ਲੈ ਕੇ ਆਂਦੀ? ਇਸ ਤਰੀਕੇ ਦੇ ਨਾਲ ਇਹਦੇ 20 ਐਮਐਲਏ ਪਹਿਲਾਂ ਹੀ ਛੱਡ ਗਏ ਤੇ ਭਗਵੰਤ ਮਾਨ ਬਾਜ਼ਾਰ ਜ਼ਿਲ੍ਹੇ ਨੂੰ ਕਦੀ ਤੁਸੀਂ ਦੇਖੀ ਗੱਲ ਵੀ ਉਹਨੂੰ ਮੁੱਖ ਮੰਤਰੀ ਦਾ ਚਿਹਰਾ ਲਾਣਿਆ ਹੋਵੇ ਤਾਂ ਉਹ ਅੱਖਾਂ ਪੂੰਝਦਾ ਸੀ। ਉਹਨਾਂ ਦੇ ਜਿਹੜਾ ਰਾਘਵ ਚੱਡਾ ਉਹਦਾ ਨੰਬਰ ਸੀ, ਉਸ ਨੰਬਰ ਤੇ ਤਾਂ ਮਸੀਂ ਐਵੇਂ 10-12 ਹਜ਼ਾਰ ਕੋਈ ਕਾਲ ਆਈ ਆ। 17 ਵਾਲੀ ਗੱਲ ਭਗਵੰਤ ਮਾਨ ਦੇ ਨਾਂ ਤੇ ਵੋਟ ਹੋ ਸਕਦੀ ਹੈ ਕਿਉਂਕਿ ਫੈਨ ਫੋਲੋਇੰਗ ਤਾਂ ਭਗਵੰਤ ਮਾਨ ਦੀ ਵੀ ਬਹੁਤ ਹੈਗੀ ਆ। ਦੇਖੋ, ਜਿਹੜੀ ਲਹਿਰ 17 ਵਿੱਚ ਸੀਗੀ ਬਣੀ ਆਮ ਆਦਮੀ ਪਾਰਟੀ ਦੀ, ਵਿਦੇਸ਼ਾਂ ਵਿੱਚੋਂ ਧਨ ਬੜਾ ਆਇਆ, ਵਿਦੇਸ਼ਾਂ ਵਿੱਚੋਂ ਲੋਕ ਵੀ ਇੱਥੇ ਆਏ, ਉਹ ਲਹਿਰ ਖਤਮ ਹੋ ਗਈ। ਪਰ ਕੁਝ ਤਾਂ ਹੋਊਗਾ ਨਾ, ਟੰਡਲ ਸਾਹਿਬ ਤਾਂ ਹੀ 3 ਵਾਰ ਮੁੱਖ ਮੰਤਰੀ ਬਣੇ ਨੇ ਕੇਜਰੀਵਾਲ। ਉਹਦੇ ਬਣ ਗਿਆ ਦਿੱਲੀ ਦੇ ਵਿੱਚ ਜੋ ਉਹਦਾ ਚੱਲਦਾ ਸੀ ਕੰਮ, ਜਿਸ ਤਰੀਕੇ ਦੇ ਨਾਲ ਅਸੀਂ ਸਾਨੂੰ ਵੀ ਪਤਾ ਉਹਦੇ ਤਾਰਾਂ ਕਿੱਥੇ ਜੁੜੀਆਂ ਆ। ਸਰਕਾਰ ਦਾ ਪੂਰਾ ਜ਼ੋਰ ਲੱਗਾ ਹੋਇਆ ਸੀ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵਿੱਚ ਸੁਖਬੀਰ ਸਿੰਘ ਬਾਦਲ ਆਵੇ, ਪ੍ਰਕਾਸ਼ ਸਿੰਘ ਬਾਦਲ ਆਵੇ। ਉਹ ਬੇਅਦਬੀ ਲੋਕਾਂ ਨੂੰ ਫੜਨਾ ਹੀ ਨਹੀਂ ਚਾਹੁੰਦੀ। ਟੰਡਲ ਸਾਹਿਬ, ਜਿਹੜਾ ਕਲੇਸ਼ ਚੱਲ ਰਿਹਾ ਕਾਂਗਰਸ ਦਾ, ਅਕਾਲੀ ਦਲ ਨੂੰ ਦਾ ਫਾਇਦਾ ਹੋ ਸਕਦਾ ਹੈ? ਇਹ ਦੇਖੋ, ਬਹੁਤ ਵੱਡਾ ਫਾਇਦਾ ਹੈ। ਇੱਕ ਨੌਜਵਾਨ ਨੂੰ ਮੇਰੇ ਕੋਲ ਆਇਆ, ਕਹਿੰਦਾ ਜੀ ਮੈਨੂੰ ਕੋਈ ਕਹਿੰਦੇ ਸੀ, ਕਹਿੰਦਾ ਮੈਂ ਕਿਹਾ ਮੈਂ ਐਮਏ ਆ, ਉਹ ਤੂੰ ਤਾਂ ਤਹਿਸੀਲਦਾਰ ਭਰਤੀ ਹੋਵੇਂਗਾ। ਮੈਂ ਹੈਰਾਨ ਰਿਹਾ ਕਿ ਐਮਏ ਪੜ੍ਹੇ ਬੱਚਿਆਂ ਨੂੰ ਵੀ ਇਹਨਾਂ ਨੇ ਮੂਰਖ ਬਣਾਤਾ। ਵੀ ਇਹ ਗੱਲ ਨਹੀਂ ਹੁੰਦੀ ਕਿ ਤੁਸੀਂ ਜੇ ਕਿਸੇ ਬੰਦੇ ਕੋਲ ਮੈਂ ਤੈਨੂੰ ਲੱਖ ਰੁਪਇਆ ਦਿੰਦਾ ਤੇ ਤੁਸੀਂ ਉਹਨੂੰ ਜਿਹੜਾ 500 ਜਾਂ 5000 ਦੇ ਕੇ ਕਹਿੰਦੇ ਜੀ ਠੀਕ ਹੋ ਜੀ ਮੈਂ ਤਾਂ ਹੁਣ ਇੰਨੇ ਜੋਗਾ ਸੀਗਾ। ਜਦੋਂ ਵੋਟਾਂ ਮੰਗੀਆਂ ਉਦੋਂ ਨਹੀਂ ਸੀ ਪਤਾ ਕਿ ਖਜ਼ਾਨਾ ਕੀ ਕਹਿੰਦਾ। ਪਰ ਬਿਜਲੀ ਸਮਝੌਤੇ ਤੋਂ ਲੈ ਕੇ ਤੁਹਾਨੂੰ ਵਿਰੋਧੀ ਵੀ ਘੇਰਦੇ ਰਹੇ ਨੇ। ਨਹੀਂ, ਦੇਖੋ, ਉਹ ਤਾਂ ਉਹ ਬੰਦੇ ਗੱਲ ਕਰਦੇ ਆ ਜਿਹਨੇ ਕੁਝ ਕਰਨਾ ਨਹੀਂ। ਸਤਿ ਸ਼੍ਰੀ ਅਕਾਲ, ਮੈਂ ਤੁਹਾਡੇ ਨਾਲ ਕਮਲਦੀਪ ਕੌਰ ਤੇ ਹਾਜ਼ਰ ਹਾਂ ਜੀ ਸਾਡਾ ਪ੍ਰੋਗਰਾਮ ਸਿਆਸੀ ਦੌੜ ਲੈ ਕੇ। ਤਾਂ ਅੱਜ ਅਸੀਂ ਗੱਲ ਕਰਾਂਗੇ ਚੱਬੇਵਾਲ ਹਲਕੇ ਦੀ। ਚੱਬੇਵਾਲ ਹਲਕੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸੋਹਣ ਸਿੰਘ ਠੰਡਲ ਜੀ ਨੂੰ ਉਮੀਦਵਾਰ ਦੇ ਵਜੋਂ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਗੱਲ ਕਰਾਂਗੇ ਅਸੀਂ ਅੱਜ ਸੋਹਣ ਸਿੰਘ ਠੰਡਲ ਜੀ ਦੇ ਨਾਲ। ਸਾਡੇ ਨਾਲ ਮੌਜੂਦ ਨੇ, ਸਭ ਸਵਾਗਤ ਹੈ ਬਹੁਤ ਤੁਹਾਡਾ। ਬਹੁਤ ਬਹੁਤ ਧੰਨਵਾਦ ਤੁਹਾਡਾ ਚੈਨਲ ਦਾ, ਤੁਹਾਡੇ ਵਰਕਰ ਸਾਰਿਆਂ ਦਾ। ਅੱਛਾ, ਪਹਿਲਾ ਸਵਾਲ ਤਾਂ ਹੀ ਕਰਾਂਗੇ ਠੰਡਲ ਸਾਹਿਬ, ਕੀ ਕਮੀ ਰਹਿ ਗਈ ਸੀਗੀ ਪਿਛਲੀਆਂ ਚੋਣਾਂ ਦੇ ਵਿੱਚ ਤੁਹਾਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ? ਕਿਉਂਕਿ ਜੇ ਪਿਛਲੇ 45 ਸਾਲਾਂ ਦੀ ਗੱਲ ਕਰ ਲਈਏ, 45 ਸਾਲ ਤੋਂ ਚੱਬੇਵਾਲ ਸੀਟ ਦੇ ਉੱਪਰ ਅਕਾਲੀ ਦਲ ਕਾਬਜ਼ ਸੀ। ਦੇਖੋ, ਇਹ ਹਲਕਾ ਜਿਹੜਾ ਚੱਬੇ ਵਾਲਿਆ ਇਹ 12 ਦੇ ਵਿੱਚ ਹੋਂਦ ਵਿੱਚ ਆਇਆ। ਉਹ ਤੋਂ ਪਹਿਲਾਂ ਹਮਾਲਪੁਰ ਹਲਕਾ ਸੀ ਤੇ ਮੈਨੂੰ ਮਾਣ ਹਾਸਲ ਹੋਇਆ ਕਿ ਮੈਂ 97 ਤੋਂ ਲੈ ਕੇ 17 ਤੱਕ 20 ਸਾਲ ਇਸ ਹਲਕੇ ਤੋਂ ਐਮਐਲਏ ਰਿਹਾ ਔਰ 15 ਸਾਲ ਸਾਡੀ ਸਰਕਾਰ ਰਹੀ ਹੈ ਤੇ 15 ਸਾਲੇ ਜਿਹੜੇ ਤਿੰਨਾਂ ਸਰਕਾਰਾਂ ਦੇ ਵਿੱਚ ਮੈਨੂੰ ਸਟੇਟ ਮਿਨਿਸਟਰ, ਸੀਪੀਐਸ ਤੇ ਕੈਬਨਿਟ ਮੰਤਰੀ ਬਣਨ ਦਾ ਮਾਣ ਹਾਸਲ ਹੋਇਆ। ਔਰ ਜਿਹੜੀ 17 ਦੇ ਵਿੱਚ ਇਲੈਕਸ਼ਨ ਹੋਈ ਆ, 17 ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਇੱਕ ਵੱਡੀ ਜਿਹੜੀ ਆ ਕਾਂਗਰਸ ਵਾਲਿਆਂ ਨੇ ਝੂਠ ਦਾ ਸਹਾਰਾ ਲਿਆ, ਵੱਡੇ ਵੱਡੇ ਵਾਅਦੇ ਕੀਤੇ, ਕਰਜ਼ੇ ਮਾਫੀ ਦੀ ਗੱਲ ਕੀਤੀ, ਘਰ ਘਰ ਨੌਕਰੀ ਦੀ ਗੱਲ ਕੀਤੀ। ਔਰ ਜਿਹੜਾ ਵੱਡਾ ਮੇਨ ਫੈਕਟਰ ਸੀ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਾ ਜਿਹੜਾ ਗੱਲ ਸੀ, ਉਹ ਵੱਡੇ ਲੈਵਲ ਤੇ ਸਾਰੇ ਲੋਕਾਂ ਦੇ ਵਿੱਚ ਫੈਲਾਈ ਗਈ, ਜਿਹਦਾ ਰਿਜ਼ਲਟ ਇਹ ਨਿਕਲਿਆ ਕਿ ਸਾਡੀ ਜਿਹੜੀ 10 ਸਾਲ ਸਰਕਾਰ ਚੱਲੀ ਸੀ ਉਹਦੀ ਸਾਰੀਆਂ ਹੀ ਗੱਲਾਂ ਨੂੰ, ਡਿਵੈਲਪਮੈਂਟ ਨੂੰ ਛੱਡ ਕੇ ਲੋਕ ਜਿਹੜੇ ਆ ਉਹ ਕਿਤੇ ਨਾ ਕਿਤੇ ਉਹਨਾਂ ਦੇ ਝੂਠ ਦੀਆਂ ਗੱਲਾਂ ਉੱਪਰ ਯਕੀਨ ਕਰ ਗਏ ਔਰ ਵੱਡੇ ਲੈਵਲ ਤੇ ਜਿਹੜੀਆਂ ਆ ਉਹ ਲਗਭਗ ਜਿਹੜੀਆਂ 70 ਤੋਂ ਵੱਧ ਸੀਟਾਂ ਦੇ ਕੇ ਕਾਂਗਰਸ ਸਰਕਾਰ ਬਣ ਗਈ। ਔਰ ਮੈਂ ਸਮਝਦਾ ਕਿ ਅੱਜ ਉਹ 5 ਸਾਲ ਬੀਤ ਗਏ ਸਰਕਾਰ, ਲੋਕਾਂ ਨੂੰ ਪਤਾ ਲੱਗ ਗਿਆ ਕਿ ਇਸ ਪਾਰਟੀ ਨੇ ਪੂਰਾ ਝੂਠ ਬੋਲਿਆ, ਕੋਈ ਵਾਅਦਾ ਪੂਰਾ ਨਹੀਂ ਹੋਇਆ। ਅੱਜ ਕਿਸਾਨਾਂ ਦਾ ਕਰਜ਼ਾ ਮਾਫ ਨਹੀਂ ਹੋਇਆ, ਘਰ ਘਰ ਨੌਕਰੀ ਨਹੀਂ ਮਿਲੀ ਔਰ ਨਾ ਹੀ ਜਿਹੜੇ ਸਾਡੇ ਗਰੀਬ ਲੋਕ ਸੀ ਉਹਨਾਂ ਨੂੰ ਸ਼ਗਨ ਸਕੀਮ ਮਿਲਿਆ, ਨਾ ਉਹਨਾਂ ਦੇ ਜਿਹੜਾ ਬੱਚਿਆਂ ਨੂੰ ਸਕਾਲਰਸ਼ਿਪ ਮਿਲੀ ਆ। ਸੋ ਬੜੇ ਬੁਰੀ ਤਰ੍ਹਾਂ ਨਾਲ ਫੇਲ ਹੋਈ ਆ ਜਿਹੜੀ ਸਰਕਾਰ। ਤੇ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਮੁੜ ਕੇ ਪੰਜਾਬ ਦੇ ਵਿੱਚ ਇਹ ਦੋ ਇਹੋ ਜਿਹੀਆਂ ਪਾਰਟੀਆਂ ਦਾ ਸੁਮੇਲ ਹੋਇਆ ਜਿਹੜੀਆਂ ਪਾਰਟੀਆਂ ਦਾ ਪੰਜਾਬ ਦੇ ਵਿੱਚ ਪੇਂਡੂ ਖੇਤਰਾਂ ਦੇ ਵਿੱਚ ਬਹੁਤ ਵੱਡਾ ਆਧਾਰ ਵਾ। ਜਿਵੇਂ ਸ਼੍ਰੋਮਣੀ ਅਕਾਲੀ ਦਲ, ਇਹਦੇ ਵਿੱਚ ਵੀ ਜ਼ਿਆਦਾ ਵੋਟ ਬੈਂਕ ਜਿਹੜੀ ਪੇਂਡੂ ਆ ਤੇ ਨਾਲ ਨਾਲ ਬਹੁਜਨ ਸਮਾਜ ਪਾਰਟੀ ਦੀ ਜਿਹੜੀ ਆ ਉਹਦੇ ਵਿੱਚ ਵੀ ਖਾਸ ਤੌਰ ਤੇ ਦੁਆਬੇ ਦੇ ਵਿੱਚ ਵੱਡਾ ਵੋਟ ਬੈਂਕ ਵਾ। ਇਸ ਕਰਕੇ ਦੋਨਾਂ ਪਾਰਟੀਆਂ ਦੇ ਇਕੱਠੇ ਹੋਣ ਦੇ ਨਾਲ ਇਹ ਇੱਕ ਵੱਡਾ ਜਿਹੜੀ ਤਾਕਤ ਬਣੀ ਆ
ਔਰ ਮੈਂ ਸਮਝਦਾ ਹਲਕਾ ਚੱਬੇਵਾਲ ਦੇ ਵਿੱਚ ਵੀ ਜਿੱਥੇ ਬਹੁਤ ਵੱਡੀ ਗਿਣਤੀ ਵਿੱਚ ਜਿਹੜੀ ਰਿਜ਼ਰਵ ਵੋਟ ਆ, ਬਹੁਜਨ ਸਮਾਜ ਪਾਰਟੀ ਦੇ ਵੀ ਇੱਥੇ ਪਹਿਲਾਂ ਤਾਕਤ ਰਹੀ ਆ। ਕਾਂਸ਼ੀ ਰਾਮ ਜੀ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਵੀ ਜਿੱਤੇ ਸੀ 96 ਦੇ ਵਿੱਚ। ਸੋ ਮੈਂ ਸਮਝਦਾ ਮੁੜ ਕੇ ਦੋਨੋਂ ਪਾਰਟੀਆਂ ਇਕੱਠੀਆਂ ਹੋਣ ਦੇ ਨਾਲ ਇਹੋ ਜਿਹੀ ਜਿਹੜਾ ਮਾਹੌਲ ਸਿਰਜਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਆਪਣੀ ਸਰਕਾਰ ਬਣਾਉਣ ਜਾ ਰਹੀ ਹੈ। ਤਾਂ ਸੋਹਣ ਸਿੰਘ ਠੰਡਲ ਜੀ ਬਾਰੇ ਅਸੀਂ ਦੱਸ ਦਈਏ, ਵਿਧਾਇਕ ਵੀ ਰਹੇ ਨੇ, ਮੰਤਰੀ ਵੀ ਰਹੇ ਨੇ ਤੇ ਸੀਨੀਅਰ ਜਿਹੜੇ ਹੈਗੇ ਨੇ ਲੀਡਰ ਨੇ ਸ਼੍ਰੋਮਣੀ ਅਕਾਲੀ ਦਲ ਦੇ। ਠੰਡਲ ਸਾਹਿਬ, ਤੁਸੀਂ ਬੇਅਦਬੀ ਦੀ ਗੱਲ ਕੀਤੀ ਹੈ ਕਿ 2017 ਦੇ ਵਿੱਚ ਕਿਤੇ ਨਾ ਕਿਤੇ ਕਾਰਨ ਬਣਿਆ ਸੀਗਾ, ਪਰ ਵਿਰੋਧੀ ਤਾਂ ਤੁਹਾਨੂੰ ਹੁਣ ਵੀ ਘੇਰ ਰਹੇ ਨੇ ਬੇਅਦਬੀ ਦੇ ਮਾਮਲੇ ਨੂੰ ਲੈ ਕੇ। ਨਹੀਂ ਦੇਖੋ, ਇਹ ਹੁਣ ਗੱਲ ਇਸ ਕਰਕੇ ਲੋਕ ਨਹੀਂ ਮੰਨਦੇ ਕਿ ਜੇ ਬੇਅਦਬੀ ਅਕਾਲੀਆਂ ਨੇ ਕਰਾਈ ਸੀ ਤੇ 5 ਸਾਲ ਫਿਰ ਇਹ ਸਰਕਾਰ ਬਣੀ ਆ, ਇਹਨਾਂ ਕੋਲ ਪੂਰਾ ਬਹੁਮਤ ਸੀ, ਕੀ ਕਾਰਨ ਇਹਨੇ ਕਿਉਂ ਨਹੀਂ ਉਹ ਗੱਲ ਸਾਹਮਣੇ ਲੈ ਕੇ ਆਂਦੀ? ਅਸੀਂ ਤੇ ਰੋਕਿਆ ਨਹੀਂ ਵੀ ਜੇ ਕੋਈ ਸਾਡੇ ਕਿਸੇ ਬੰਦੇ ਦਾ ਕਸੂਰ ਆ ਲੈ ਕੇ ਆਓ, ਜਾਂ ਕਿਸੇ ਦਾ ਵੀ ਹੈਗਾ ਉਹ ਨਹੀਂ ਸਾਹਮਣੇ ਗੱਲ ਲੈ ਕੇ ਆ ਸਕੇ, ਕਿਉਂਕਿ ਸਰਕਾਰ ਦਾ ਪੂਰਾ ਜ਼ੋਰ ਲੱਗਾ ਹੋਇਆ ਸੀ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵਿੱਚ ਸੁਖਬੀਰ ਸਿੰਘ ਬਾਦਲ ਆਵੇ, ਪ੍ਰਕਾਸ਼ ਸਿੰਘ ਬਾਦਲ ਆਵੇ। ਉਹ ਬੇਅਦਬੀ ਲੋਕਾਂ ਨੂੰ ਫੜਨਾ ਨਹੀਂ ਚਾਹੁੰਦੀ, ਉਹਨਾਂ ਦਾ ਇਸ਼ੂ ਨਹੀਂ ਹੈਗਾ ਬੇਅਦਬੀ ਦੇ ਲੋਕਾਂ ਦਾ, ਉਹ ਤਾਂ ਉੱਤੇ ਰੋਟੀਆਂ ਸੇਕ ਰਹੀ ਹੈ ਬੇਅਦਬੀ ਦੀ ਗੱਲਾਂ ਦੇ ਉੱਪਰ ਆ ਕੇ। ਔਰ ਤੁਸੀਂ ਵੀ ਜਾਣਦੇ ਪੰਜਾਬ ਦੇ ਵਿੱਚ ਜਦੋਂ ਦੀ ਸਰਕਾਰ ਇਹ ਬਣੀ ਆ, ਇਹਦੇ ਵਿੱਚ ਇੱਕ ਵਾਰੀ ਨਹੀਂ ਪਤਾ ਨਹੀਂ 150 ਵਾਰੀ ਬੇਅਦਬੀ ਹੋਈ ਹੈ, ਵੱਖ-ਵੱਖ ਗੁਰੂ ਘਰਾਂ ਵਿੱਚ ਹੋਈ ਆ। ਲੋਕਾਂ ਨੇ ਦਮ ਇੱਥੇ ਆਪਣੇ 2-3 ਬੰਦੇ ਗੁਰਦੁਆਰੇ ਵਿੱਚ ਫੜੇ ਵੀ ਆ, ਕਿਸੇ ਨੂੰ ਕੁਛ ਨਹੀਂ ਪੁੱਛਿਆ, ਕੋਈ ਗੱਲ ਸਾਹਮਣੇ ਨਹੀਂ ਆਈ। ਕੋਈ ਕਹਿੰਦੇ ਜੀ ਉਹ ਤਾਂ ਮੈਂਟਲੀ ਬੰਦੇ ਠੀਕ ਨਹੀਂ ਜਾਂ ਕੋਈ ਗੱਲ ਵਾ। ਸੋ ਇਸ ਕਰਕੇ ਬੇਅਦਬੀ ਦਾ ਮਸਲਾ ਨਹੀਂ, ਮਸਲਾ ਸੀ ਕਿ ਇਹ ਅਕਾਲੀ ਦਲ ਨੂੰ ਸਰਕਾਰ ਤੋਂ ਲਾਂਭੇ ਕਰਨ ਦੀ ਗੱਲ ਸੀ, ਉਹ ਕਰਤੀ। ਹੁਣ ਉਹ ਗੱਲ ਬਾਰ-ਬਾਰ ਨਹੀਂ ਚੱਲਣੀ। ਜਿਹੜੀ ਗੱਲ 17 ਦੇ ਵਿੱਚ ਹੋਈ ਸੀ ਨਾ, ਉਹ ਗੱਲ ਹੁਣ ਇਹ ਕਹੀ ਵੀ ਜਾਣ, ਉਹ ਗੱਲ ਮੁੜ ਕੇ ਜਿਹੜੀ ਆ ਉਹ ਨਹੀਂ ਬਣਨੀ। ਹੁਣ ਲੋਕ ਜਵਾਬ ਕਾਂਗਰਸ ਤੋਂ ਮੰਗਦੇ ਆ ਕਿ ਕਾਂਗਰਸ ਨੇ 5 ਸਾਲ ਦੇ ਵਿੱਚ ਬੇਅਦਬੀ ਲਈ ਕੀ ਕੀਤਾ, ਕਾਂਗਰਸ ਨੇ ਜਿਹੜੇ ਨਸ਼ੇ ਦੀ ਲੱਕ ਤੋੜਨਾ ਸੀ 4 ਹਫ਼ਤਿਆਂ ਵਿੱਚ ਉਹਦੇ ਲਈ ਕੀ ਕੀਤਾ, ਕਾਂਗਰਸ ਨੇ ਪੰਜਾਬ ਦੀ ਜਿਹੜੀ ਅਸੀਂ ਡਿਵੈਲਪਮੈਂਟ ਦੀ ਗੱਡੀ ਗਾਹਾਂ ਤੋਰੀ ਸੀ, ਵੱਡੀਆਂ ਵੱਡੀਆਂ ਚਾਹੇ ਸੜਕਾਂ ਦੀ ਗੱਲ ਸੀ, ਪੁਲਾਂ ਦੀ ਗੱਲ ਸੀ, ਲੋਕਾਂ ਨੂੰ ਸਹੂਲਤਾਂ ਦੇਣ ਵਾਸਤੇ ਅਸੀਂ ਪਿੰਡਾਂ ਦੇ ਵਿੱਚ ਜਾਂ ਹੋਰ ਕਸਬਿਆਂ ਦੇ ਵਿੱਚ ਜਿਵੇਂ ਜਿਹੜੇ ਸੁਵਿਧਾ ਸੈਂਟਰ ਖੋਲ ਕੇ ਇੱਕ ਲੋਕਾਂ ਨੂੰ ਰਾਹਤ ਵੀ ਸੀ ਔਰ ਨੌਜਵਾਨਾਂ ਨੂੰ ਰੁਜ਼ਗਾਰ ਵੀ ਸੀ। ਤੁਸੀਂ ਦੇਖਿਆ ਹੋਣਾ ਕਿ ਹਰ ਸੁਵਿਧਾ ਸੈਂਟਰ ਦੇ ਵਿੱਚ 2 ਬੰਦੇ ਤਾਂ ਬੱਚੇ ਕੰਮ ਕਰਦੇ ਸੀ ਨਾ, ਉਹ ਉਹਨਾਂ ਨੂੰ ਰੁਜ਼ਗਾਰ ਮਿਲਿਆ ਸੀ। ਲੋਕ ਪਿੰਡਾਂ ਤੋਂ ਸ਼ਹਿਰਾਂ ਤੋਂ ਜਾਣ ਤੋਂ ਹਟ ਗਿਆ ਸੀ, ਉਹਨਾਂ ਦੇ ਕੰਮ ਜਿਹੜੇ ਆ ਉੱਥੇ ਹੋਣੇ ਸ਼ੁਰੂ ਹੋ ਗਏ ਸੀ। ਸੋ ਜਿਹੜੀਆਂ ਲੋਕਾਂ ਦੇ ਇੰਟਰਸਟ ਲਈ ਗੱਲਾਂ ਸੀ ਉਹ ਨਹੀਂ ਬੰਦ ਕੀਤੀਆਂ, ਆਪਣੇ ਇੰਟਰਸਟ ਵਿੱਚ ਲੱਗੇ ਰਹੇ ਆ। ਔਰ ਜਿਸ ਤਰੀਕੇ ਨਾਲ ਪਿਛਲੇ 1 ਸਾਲ ਤੋਂ ਇਹ ਪਾਰਟੀ ਲੜਾਈਆਂ ਝਗੜਿਆਂ ਵਿੱਚ ਰਹੀ ਆ, ਇਹਨਾਂ ਦਾ ਆਪਸ ਵਿੱਚ ਹੀ ਇੱਕ ਦੂਜੇ ਦੇ ਉੱਪਰ ਦੋਸ਼ਣਬਾਜ਼ੀ ਚੱਲਦੀ ਰਹੀ ਆ, ਔਰ ਕੈਪਟਨ ਸਾਹਿਬ ਨੂੰ ਆਪਣੀ ਕੁਰਸੀ ਛੱਡਣੀ ਪਈ ਆ, ਔਰ ਪ੍ਰਧਾਨ ਕਦੀ ਬਦਲਿਆ। ਅੱਜ ਉਹ ਗੱਲ ਹਾਲੇ ਥੰਮੀ ਨਹੀਂ। ਅੱਜ ਵੀ ਪੰਜਾਬ ਦੀ ਕਾਂਗਰਸ ਜਿਹੜੀ ਆ ਅੱਜ ਵੀ ਲੜਾਈ ਦੇ ਵਿੱਚ ਵਾ। ਕੋਈ ਟਿਕਟਾਂ ਬਦਲੇ ਲੜਾਈ ਆ, ਕੋਈ ਮੁੱਖ ਮੰਤਰੀ ਬਦਲੇ ਚਿਹਰੇ ਬਦਲੇ ਲੜਾਈ ਆ। ਤੋਂ ਕੱਲ ਰਾਹੁਲ ਗਾਂਧੀ ਆਇਆ, ਉਹ ਨਵੀਂ ਗੱਲ ਛੱਡ ਗਿਆ ਕਿ ਅਸੀਂ ਇਲੈਕਸ਼ਨ ਨਵਾਂ ਚਿਹਰਾ ਮੁੱਖ ਮੰਤਰੀ ਦੇ ਕੇ ਲੜਾਂਗੇ। ਹੁਣ ਕਿਹਨੂੰ ਚਿਹਰਾ ਦਿੰਦੇ ਆ, ਉਹ ਕਿਹੜਾ ਆਉਂਦਾ, ਉਹਦਾ ਚਿਹਰਾ ਆਉਣ ਤੇ ਨਾਲ ਕਿੰਨੇ ਕੁ ਹੋਰ ਬਾਹਰ ਨੂੰ ਭੱਜਦੇ ਆ। ਤੇ ਇਸ ਕਰਕੇ ਇਹ ਬੜੀ ਗੱਲ ਵਾ, ਲੋਕਾਂ ਨੂੰ ਹੁਣ ਪਤਾ ਹੈ ਕਿ ਕਾਂਗਰਸ ਜਿਹੜੀ ਆ ਇਹਦਾ ਹੁਣ ਕੋਈ ਆਧਾਰ ਨਹੀਂ ਰਿਹਾ। ਠੰਡਲ ਸਾਹਿਬ, ਜਿਹੜਾ ਕਲੇਸ਼ ਚੱਲ ਰਿਹਾ ਕਾਂਗਰਸ ਦਾ, ਅਕਾਲੀ ਦਲ ਨੂੰ ਇਹਦਾ ਫਾਇਦਾ ਹੋ ਸਕਦਾ ਹੈ? ਇਹ ਦੇਖੋ ਬਹੁਤ ਵੱਡਾ ਫਾਇਦਾ ਆ। ਫਾਇਦਾ ਇਸ ਕਰਕੇ ਆ ਕਿ ਜਿਹੜਾ ਪਿਛਲੀ ਵਾਰੀ ਸਾਡਾ ਵੋਟ ਬੈਂਕ ਘਟਿਆ ਸੀ, ਜਾਂ ਕੋਈ ਕਿਸਾਨ ਵੀਰ ਜਾਂ ਕੋਈ ਹੋਰ ਬੰਦੇ ਕੋਈ ਲਾਲਚ ਬਸ ਆ ਗਏ, ਕੋਈ ਸਾਡੇ ਨੌਜਵਾਨ ਜਿਹੜੇ ਨੌਕਰੀਆਂ ਦੇ ਲਾਲਚ ਵਿੱਚ ਆ ਗਏ, ਉਹ ਸਾਰੇ ਸਮਝ ਗਏ ਵੀ ਝੂਠ ਵਾ ਇਹ ਗੱਲ। ਕੋਈ ਤੁਸੀਂ ਹੈਰਾਨ ਹੋਵੋਗੇ ਕਿ ਇੱਥੇ ਪਿੰਡਾਂ ਦੇ ਵਿੱਚ ਬੈਠ ਕੇ ਫਾਰਮ ਭਰਦੇ ਸੀ। ਅੱਛਾ ਤੂੰ ਕਿੰਨਾ ਪੜ੍ਹਿਆ ਆ? ਇੱਕ ਨੌਜਵਾਨ ਨੂੰ ਮੇਰੇ ਕੋਲ ਆਇਆ, ਕਹਿੰਦਾ ਜੀ ਮੈਨੂੰ ਕਹਿੰਦੇ ਸੀ, ਕਹਿੰਦਾ ਮੈਂ ਕਿਹਾ ਮੈਂ ਐਮਏ ਆ। ਉਹ ਤੂੰ ਤਾਂ ਤਹਿਸੀਲਦਾਰ ਭਰਤੀ ਹੋਵੇਂਗਾ। ਮੈਂ ਹੈਰਾਨ ਹਾਂ ਕਿ ਐਮਏ ਪੜ੍ਹੇ ਬੱਚਿਆਂ ਨੂੰ ਵੀ ਇਹਨਾਂ ਨੇ ਮੂਰਖ ਬਣਾਤਾ ਵੀ ਇਹ ਤਹਿਸੀਲਦਾਰ ਦੀਆਂ ਭਰਤੀਆਂ ਕਿਤੇ ਸੜਕਾਂ ਤੇ ਹੁੰਦੀਆਂ। ਇੱਕ ਸਿਸਟਮ ਹੋਇਆ ਕਰਦੇ ਆ ਸਰਕਾਰਾਂ ਦੇ, ਉਹਦੇ ਵਿੱਚੋਂ ਪ੍ਰੋਸੈਸ ਲੰਘਣਾ ਪੈਂਦਾ ਤਾਂ ਭਰਤੀਆਂ ਹੁੰਦੀਆਂ, ਤਾਂ ਗੱਲਾਂ ਹੁੰਦੀਆਂ। ਹੁਣ ਕਹਿਣਾ ਜੀ ਸਾਰਾ ਹੀ ਕਰਜ਼ਾ ਕੈਪਟਨ ਕਹਿੰਦਾ ਸੀ, ਚਾਹੇ ਆੜਤੀਏ ਦਾ ਆ, ਚਾਹੇ ਕੋਆਪਰੇਟਿਵ ਦਾ ਆ, ਚਾਹੇ ਬੈਂਕ ਦਾ ਆ, ਇਹ ਮੈਂ ਦੇਵਾਂਗਾ, ਤੁਸੀਂ ਨਹੀਂ ਦੇਣਾ। ਅੱਜ ਕਿੱਥੇ ਗਿਆ? ਨਾ ਕੈਪਟਨ ਕਿਤੇ ਲੱਭਦਾ ਤੇ ਨਾ ਉਹਦਾ ਕਰਜ਼ਾ ਮਾਫ ਹੋਇਆ। ਸੋ ਮੈਂ ਕਹਿੰਦਾ ਕਿ ਕਾਂਗਰਸ ਦੇ ਜਿਹੜਾ ਇਹਦਾ ਕੈਪਟਨ ਸਾਹਿਬ ਕਹਿੰਦੇ ਰਹੇ ਨੇ, ਕਹਿੰਦੇ ਮੈਂ ਕੁਝ ਕਿਸਾਨਾਂ ਦਾ ਤਾਂ ਕੀਤਾ, ਕਹਿੰਦੇ ਕਰਜ਼ਾ ਮਾਫ ਨਹੀਂ। ਉਹ ਤਾਂ ਐਵੇਂ ਇਹ ਗੱਲ ਨਹੀਂ ਹੁੰਦੀ ਕਿ ਤੁਸੀਂ ਜੇ ਕਿਸੇ ਬੰਦੇ ਨੂੰ ਕਹੋ ਮੈਂ ਤੈਨੂੰ ਲੱਖ ਰੁਪਇਆ ਦਿੰਨਾ ਤੇ ਤੁਸੀਂ ਉਹਨੂੰ ਜਿਹੜਾ 500 ਜਾਂ 5000 ਦੇ ਕੇ ਕਹਿ ਦਿਓ ਜੀ ਠੀਕ ਹੋ ਜੀ ਮੈਂ ਤੇ ਹੁਣ ਇੰਨੇ ਜੋਗਾ ਸੀਗਾ। ਜਦੋਂ ਵੋਟਾਂ ਮੰਗੀਆਂ ਉਦੋਂ ਨਹੀਂ ਸੀ ਪਤਾ ਕਿ ਖਜ਼ਾਨਾ ਕੀ ਕਹਿੰਦਾ, ਸਾਡੇ ਸੋਰਸ ਕੀ ਆ ਇਨਕਮ ਦੇ। ਉਹ ਕੋਈ ਨਵਾਂ ਤਾਂ ਹੈ ਨਹੀਂ, ਪਹਿਲਾਂ ਵੀ ਮੁੱਖ ਮੰਤਰੀ ਰਿਹਾ। ਜਿਹੜਾ ਬੰਦਾ ਇਸ ਲੈਵਲ ਦਾ ਹੋਵੇ, ਪੰਜਾਬ ਦਾ ਮੁੱਖ ਮੰਤਰੀ ਰਿਹਾ ਹੋਵੇ, ਉਹਨੂੰ ਪਤਾ ਹੈ ਕਿ ਸਾਡੇ ਜਿਹੜੀ ਆ ਐਨੂਅਲ ਬਜਟ ਕੀ ਆ, ਉਹਦੇ ਵਿੱਚੋਂ ਸਾਡੇ ਅਸੀਂ ਕੀ ਕਰ ਸਕਦੇ ਹਾਂ। ਪਹਿਲਾਂ ਸੂਬਾ ਕਰਜ਼ੇ ਦੀ ਮਾਰ ਥੱਲੇ ਆ ਤੇ ਅਸੀਂ ਕਿੱਥੋਂ ਪੈਸਾ ਲੈ ਕੇ ਆਵਾਂਗੇ, ਕਿੱਥੋਂ ਇਹ ਪੂਰੇ ਕਰਾਂਗੇ। ਸੋ ਸਰਕੇ ਇਹ ਤਾਂ ਇੱਕ ਸਾਰਾ ਗੱਲੇ ਝੂਠ ਦੀ ਸੀ। ਉਹ ਜਿੱਦਾਂ ਹੁਣ ਜਿਹੜੇ ਆਪਾਂ ਪ੍ਰਸ਼ਾਂਤ ਕਿਸ਼ੋਰ ਵਰਗਿਆਂ ਨੇ ਇੱਕ ਇਹੋ ਜਿਹਾ ਪਲੈਨਿੰਗ ਕਰਕੇ ਦਿੱਤੀ ਸੀ, 3 ਮਸਲੇ ਲੈ ਲਓ
ਅਕਾਲੀ ਦਲ ਨੂੰ ਬਦਨਾਮ ਕਰਨ ਲਈ ਬੇਅਦਬੀ ਸਾਹਿਬ ਵਾਲਾ ਆ ਪਰ ਗਿਆ। ਪ੍ਰਸ਼ਾਂਤ ਕਿਸ਼ੋਰ ਦਾ ਫਿਰ ਕੈਪਟਨ ਨੂੰ ਵੀ ਛੱਡ ਗਏ ਸੀਗੇ। ਨਹੀਂ, ਉਹ ਐਵੇਂ ਡਰਾਮਾ ਹੈ, ਉਹ ਡਰਾਮਾ ਸੀਗਾ। ਉਹਨੂੰ ਪਹਿਲਾਂ ਪਤਾ ਸੀ ਕਿ ਇਹਨਾਂ ਦਾ ਇਕਜੁੱਟ ਨਹੀਂ ਹੈਗੇ, ਇਹਨਾਂ ਨੇ 5 ਸਾਲ ਦੇ ਵਿੱਚ ਆਪਸ ਵਿੱਚ ਹੀ ਜੁੱਥਬੰਦੀ ਰੱਖਿਆ, ਕੋਈ ਕੰਮ ਕੀਤਾ ਨਹੀਂ, ਉਹ ਇਸ ਕਰਕੇ ਪਿੱਛੇ ਹਟ ਗਿਆ ਸੀ। ਪਰ ਗਾਈਡਲਾਈਨ ਉਹਦੀ ਚੱਲਦੀ ਰਹੀ ਆ, ਪ੍ਰਸ਼ਾਂਤ ਕਿਸ਼ੋਰ ਦੀ ਗਾਈਡਲਾਈਨ ਉਹਦੀ ਚੱਲਦੀ ਰਹੀ ਆ। ਆ ਜਿਹੜਾ ਸਾਰਾ ਡਰਾਮਾਬਾਜ਼ੀ ਕਰਕੇ ਇਹਨਾਂ ਨੂੰ ਜਿਵੇਂ ਚੰਨੀ ਨੂੰ ਬਦਲਿਆ ਜਾਂ ਪ੍ਰਧਾਨ ਬਦਲਿਆ, ਸਾਰੀਆਂ ਉਹਨਾਂ ਦੀ ਗੱਲਾਂ ਸੀਗੀਆਂ। ਪਰ ਕੈਪਟਨ ਸਾਹਿਬ ਨੂੰ ਕਿਉਂਕਿ ਉਹ ਆਪ ਕਹਿੰਦਾ ਕਿ ਮੈਨੂੰ ਜਲੀਲ ਕੀਤਾ, ਉਹ ਹਾਲਤ ਵਿੱਚ ਨਹੀਂ ਛੱਡਣਾ ਚਾਹੀਦਾ ਸੀ ਕਾਂਗਰਸ ਨੂੰ ਕੈਪਟਨ। ਦੇਖੋ ਗੱਲ ਤੇ ਇਹ ਹੈ, ਕੈਪਟਨ ਨਾਲ ਦਾ ਲੀਡਰ ਇਹਨਾਂ ਕੋਲ ਕਿਹੜਾ, ਇਹਨਾਂ ਕਿਸੇ ਦਾ ਕੰਟਰੋਲ ਹੈਗਾ? ਅੱਜ ਚੰਨੀ ਮੁੱਖ ਮੰਤਰੀ ਬਣ ਗਿਆ, ਚੰਨੀ ਦਾ ਕੀ ਕੰਟਰੋਲ ਰਿਹਾ? ਜਿਹੜਾ ਬੰਦੇ ਦੇ ਦੇਖੋ, ਜਿਹੜਾ ਬੰਦੇ ਦਾ ਆਪਣਾ ਡੀਜੀਪੀ ਨਹੀਂ ਲਾ ਸਕਦਾ, ਆਪਣਾ ਏਜੀ ਨਹੀਂ ਲਾ ਸਕਦਾ, ਆਪਣੇ ਹੋਰ ਐਸਐਸਪੀ ਨਹੀਂ ਲਾ ਸਕਦਾ, ਉਹ ਕਾਹਦਾ ਚੀਫ ਮਿਨਿਸਟਰ? ਉਹ ਤਾਂ ਕਹਿੰਦੇ ਸਾਡੇ ਸੀਐਮ ਤਾਂ ਹੈ ਹੀ ਬਹੁਤ ਵਧੀਆ, ਨਹੀਂ ਸਾਡੇ ਚੰਨੀ ਦਾ ਵਧੀਆ ਨੂੰ ਕੀ ਕਰਨਾ? ਜਾਂ ਉਹ ਗੱਲੀ ਬਾਤੀ ਮੈਂ ਬੜੀ ਕਰਤੂਤੀ ਵੱਡੀ ਜਠਾਣੀ ਵਾਲੀ ਗੱਲ ਵਾ। ਜੇ ਉਹਦੀ ਗੱਲ ਤੇ ਕਿਤੇ ਅਸਰ ਹੀ ਨਹੀਂ ਹੋਇਆ, ਉਹਦਾ ਕੀਤਾ ਕੰਮ ਮੈਨੂੰ ਦੱਸੋ ਵੀ ਏਜੀ ਉਹ ਲਾਇਆ, ਉਹ ਬਦਲਣਾ ਪਿਆ। ਉਹਨੇ ਡੀਜੀਪੀ ਲਾਇਆ, ਇੱਕ ਨਹੀਂ ਉਹਨੇ ਕਿੰਨੇ ਡੀਜੀਪੀ ਜਿਹੜੇ ਆ ਉਹ ਬਦਲੇ ਗਏ ਆ। ਤੇ ਔਰ ਇਹ ਕਦੇ ਨਹੀਂ ਹੋਈ ਗੱਲ ਕਿ ਐਡੇ ਵੱਡੇ ਅਹੁਦੇ ਦੇ ਉੱਪਰ ਤੁਸੀਂ ਉਸ ਬੰਦੇ ਨੂੰ ਡੀਜੀਪੀ ਲਾ ਦਿਓ ਜਿਸ ਬੰਦੇ ਦਾ ਪਿਛਲੇ ਕਦੇ ਐਸਐਸਪੀ ਵੀ ਨਹੀਂ ਲੱਗਾ ਹੋਵੇ, ਜਿਸ ਬੰਦੇ ਦਾ ਕੋਈ ਪਿਛਲਾ ਜਿਹੜਾ ਰੋਲ ਆ ਉਹ ਦੂਜੀ ਨਾ ਹੋਵੇ। ਤੇ ਇਸ ਕਰਕੇ ਮੈਂ ਸਮਝਦਾ ਕਿ ਉਹ ਸਾਰੀਆਂ ਹੀ ਮਜਬੂਰੀ ਬਸ ਗਈਆਂ। ਉਹ ਤਾਂ ਮਜਬੂਰੀ ਨੂੰ ਬਣਾਇਆ, ਇੱਕ ਤੀਰ ਨਾਲ ਦੋ ਨਿਸ਼ਾਨੇ ਕੀਤੇ ਵੀ ਨਾਲੇ ਲੋਕਾਂ 'ਚ ਗੱਲ ਹੋ ਜਾਵੇ ਵੀ ਅਸੀਂ ਤਾਂ ਜੀ ਐਸੀ ਬਣਾਤਾ ਚੀਫ ਮਿਨਿਸਟਰ। ਚੰਨੀ ਸਾਹਿਬ ਕਹਿੰਦੇ ਮੈਂ ਤਾਂ 3.5 ਮਹੀਨਿਆਂ 'ਚ ਬਹੁਤ ਕੰਮ ਕਰਤਾ। ਹਾਂ, ਬਹੁਤ ਕੰਮ ਕੀਤਾ, ਇੰਨਾ ਕੰਮ ਕੀਤਾ ਕਿ 11 ਕਰੋੜ ਤੋਂ ਬਈ 11 ਕਰੋੜ ਤੋਂ ਵੱਧ ਧਨ ਕਮਾ ਲਿਆ, ਇੰਨਾ ਕੰਮ ਕੀਤਾ। ਬਾਕੀ ਨੌਕਰੀਆਂ ਕਿਸੇ ਨੂੰ ਪੱਕਾ ਨਹੀਂ ਕੀਤਾ, ਔਰ ਵੱਡੇ ਵੱਡੇ ਇਸ਼ਤਿਹਾਰ ਬੋਰਡ ਲਾ ਕੇ ਕਰੋੜਾਂ ਰੁਪਈਆ ਜਿਹੜਾ ਉਹ ਪੰਜਾਬ ਦੇ ਲੋਕਾਂ ਦਾ ਜਿਹੜਾ ਆਇਆ ਉਹ ਬਰਬਾਦ ਕੀਤਾ। ਇੱਕ ਵੀ ਕੰਮ ਜਿਹੜਾ ਉਹਦਾ ਕੀਤਾ ਆ ਵਫਾ ਨਹੀਂ ਹੋਇਆ। ਜਿਸ ਬੰਦੇ ਨੂੰ ਚੀਫ ਮਿਨਿਸਟਰ ਨੂੰ ਇਹ ਨਹੀਂ ਪਤਾ ਕਿ ਜਿਹੜੇ 36,000 ਮੁਲਾਜ਼ਮਾਂ ਨੂੰ ਮੈਂ ਪੱਕੇ ਕਰਨ ਦੀ ਗੱਲ ਕਰ ਰਿਹਾ, ਉਹ ਫਾਈਲ ਤਾਂ ਹਲੇ ਗਵਰਨਰ ਕੋਲ ਪਈ ਆ, ਉਹ ਫਾਈਲ ਤਾਂ ਉਹਦੇ ਕੋਲ ਹੈ ਹੀ ਨਹੀਂ। ਉਹ ਬੋਰਡ ਲਵਾ ਰਿਹਾ, ਉਹ ਕਹਿੰਦਾ ਬਿਜਲੀ ਮੈਂ ਸਸਤੀ ਕਰਤੀ, ਆ ਲੋਕਾਂ ਦੇ ਬਿੱਲ ਆਏ ਆ, ਬਿੱਲ ਕਿਸੇ ਦੀ ਸਸਤੀ ਹੋਈ ਸੀ। ਤੁਸੀਂ 5 ਰੁਪਏ ਤੋਂ 10 ਰੁਪਏ ਤੱਕ ਲੈ ਗਏ 5 ਸਾਲਾਂ ਦੇ ਵਿੱਚ, ਹੁਣ ਕਹਿੰਦੇ 3 ਰੁਪਏ ਘੱਟ ਕਰ ਲੈਂਦੇ ਆ। ਹਾਲੇ ਵੀ ਸਾਡੇ ਨਾਲੋਂ ਵੱਧ ਹੋਆ ਨਾ, ਅਸੀਂ ਤਾਂ 5 ਰੁਪਏ ਨੂੰ ਦਿੰਦੇ ਸੀ ਬਿਜਲੀ। ਪਰ ਬਿਜਲੀ ਸਮਝੌਤੇ ਨੂੰ ਲੈ ਕੇ ਤੁਹਾਨੂੰ ਵਿਰੋਧੀ ਵੀ ਘੇਰਦੇ ਰਹੇ ਨੇ। ਨਹੀਂ, ਦੇਖੋ ਉਹ ਤਾਂ ਉਹ ਬੰਦੇ ਗੱਲ ਕਰਦੇ ਆ ਜਿਹਨੇ ਕੁਝ ਕਰਨਾ ਨਹੀਂ। ਔਰ ਤੁਸੀਂ ਦੱਸੋ ਸਾਰੇ ਦੂਜੇ ਦੇ ਵਿੱਚੋਂ ਅਸੀਂ ਜਿਹੜਾ ਪ੍ਰੋਜੈਕਟ, ਇਹ 5 ਪ੍ਰੋਜੈਕਟ ਦੇਸ਼ ਦੇ ਨੈਸ਼ਨਲ ਲੈਵਲ ਤੇ ਬਣੇ ਆ, ਇਹਦੇ ਮਨਮੋਹਨ ਸਿੰਘ ਹੁਣਾਂ ਨੇ ਪ੍ਰੋਜੈਕਟ ਬਣਾਏ ਸੀ। ਸਾਡੀ ਹਿੰਮਤ ਸੀ ਅਸੀਂ 2 ਲੈ ਆਂਦੇ, 2 ਲੱਗੇ ਆ। ਔਰ ਸਭ ਤੋਂ ਸਸਤੀ ਬਿਜਲੀ ਜਿਹੜੀ ਆ 2 ਰੁਪਏ 83 ਪੈਸੇ ਪੰਜਾਬ ਦੇ ਵਿੱਚ ਮਿਲਦੀ ਸੀ। ਔਰ ਅਸੀਂ ਇਸੇ ਕਰਕੇ ਅਸੀਂ ਆਪਣਾ ਉਹਨੂੰ 5 ਰੁਪਏ ਨੂੰ ਦਿੰਦੇ ਸੀਗੇ। ਹੁਣ ਕੀ ਕਰਨ ਵਾ, ਰੇਟ ਉਹੀ ਆ, ਰੇਟ ਬਿਜਲੀ ਦਾ ਉਹੀ ਆ, ਇਹ ਕੀ ਕਰਨ ਇਹ 9-10 ਰੁਪਏ ਕਾਹਤੇ ਲੈ ਗਏ? ਉਹ ਇਹ ਤਾਂ ਕੋਈ ਗੱਲ ਨਹੀਂ ਨਾ ਬਣੀ ਫਿਰ ਤੁਸੀਂ ਜਾਂ ਤਾਂ ਕਹੋ ਇਸ ਜੀ ਇਹਦੇ ਹੋਰ ਕੁਝ ਵੱਧ ਗਿਆ ਤੇ ਗੱਲ ਹੋਈ ਆ। ਉਹ ਵਧਿਆ ਕੁਛ ਨਹੀਂ, ਸਿਰਫ ਇਹਨਾਂ ਨੇ ਆਪਣੇ ਜਿਹੜੇ ਹੋਰ ਖਰਚੇ ਖੁਰਚੇ ਇੱਧਰ ਕਰਕੇ। ਇਹ ਤਾਂ ਹੁਣ ਪਤਾ ਲੱਗੂਗਾ ਜਦੋਂ ਅਸੀਂ ਮੁੜ ਕੇ ਬਾਗਡੋਰ ਸੰਭਾਲਾਂਗੇ ਵੀ ਕੀ ਕਰਦੇ ਰਹੇ ਆ, ਕਿਉਂ ਇਹਨਾਂ ਯਕੀਨ ਹੈ ਬਾਗਡੋਰ ਸੰਭਾਲੋਗੇ? ਪੱਕਾ ਤਾਂ ਇਹ ਤਾਂ ਤੁਸੀਂ, ਕਿਉਂਕਿ ਹੁਣ ਤੁਸੀਂ ਦੱਸੋ ਸਟੇਬਲ ਕੀ ਆ ਕਾਂਗਰਸ ਵਿੱਚ, ਕੀ ਸਟੇਬਿਲਟੀ ਆ? ਤੇ ਜਿਹੜਾ ਕੇਜਰੀਵਾਲ ਆ ਉਹ ਤਾਂ ਫਲॉप ਸ਼ੋ ਹੋ ਗਿਆ। ਹੁਣ ਮੈਂ ਸਹੀ ਗੱਲ ਦੱਸਾਂ, ਕੇਜਰੀਵਾਲ ਦੇ ਤਾਂ ਜਿਹੜੇ ਪਹਿਲੇ ਉਹਨੇ ਪੰਜਾਬੀਆਂ ਦੇ ਉੱਪਰ ਕਦੀ ਨਾ ਜੀ ਥਰਮਲ ਪਲਾਂਟ ਬੰਦ ਕਰ ਦਿੱਲੀ ਨੂੰ ਧੂੰਆਂ ਆਉਂਦਾ, ਮੈਂ ਪਾਣੀ ਦਾ ਮਸਲਾ ਹੈ ਮੈਂ ਦਿੱਲੀ ਨੂੰ ਲੈ ਕੇ ਜਾਊਂਗਾ, ਤੇ ਇਹ ਸਾਡੇ ਜੀ ਇਹਨਾਂ ਦੇ ਕਿਸਾਨਾਂ ਦਾ ਅੱਗ ਲਾਉਂਦੇ ਆ, ਇਹ ਦਿੱਲੀ ਨੂੰ ਧੂੰਆਂ ਆਉਂਦਾ ਰਹਿੰਦਾ ਖੁੰਦਾ। ਜਿਹੜੀ ਦਵਿੰਦਰਪਾਲ ਭੁੱਲਰ ਜਿਹੜਾ ਮੈਟਰ ਆ, ਉਹ ਸਿੱਖ ਵੋਟ ਨਹੀਂ ਇਹਨੂੰ ਕਦੇ ਕਿਤੇ ਪੈਣੀ। ਔਰ ਜਿਸ ਤਰੀਕੇ ਦੇ ਨਾਲ ਇਹਦੇ 20 ਐਮਐਲਏ ਪਹਿਲਾਂ ਹੀ ਛੱਡ ਗਏ, ਤੇ ਭਗਵੰਤ ਮਾਨ ਬਾਜ਼ਾਰ ਜ਼ਿਲ੍ਹੇ ਨੂੰ ਕਦੀ ਤੁਸੀਂ ਦੇਖੀ ਗੱਲ ਵੀ ਉਹਨੂੰ ਮੁੱਖ ਮੰਤਰੀ ਦਾ ਚਿਹਰਾ ਲਾਣਿਆ ਹੋਵੇ ਤਾਂ ਉਹ ਬਾਜ਼ਾਰ ਅੱਖਾਂ ਪੂੰਝਦਾ ਸੀ। ਉਹ ਕਹਿੰਦਾ ਮੈਨੂੰ ਭਾਵਕ ਹੋ ਗਿਆ ਸੀ। ਭਾਵਕ ਨਹੀਂ ਹੋਇਆ, ਭਾਵਕ ਨਹੀਂ ਹੋਇਆ। ਉਹਨੂੰ ਪਤਾ ਲੱਗ ਗਿਆ ਸੀ ਕਿ ਜਿਹੜਾ ਇਹਨੇ ਝੂਠ ਬੋਲਿਆ ਕਿ ਅਸੀਂ 2 ਦਿਨਾਂ ਦੇ ਵਿੱਚ ਜਿਹੜਾ ਉਹ 21 ਲੱਖ ਅਸੀਂ ਸਾਨੂੰ ਟੈਲੀਫੋਨ ਆ ਗਿਆ ਜੀ, ਉਹਨੇ ਇਹ ਗੱਲ ਕੀਤੀ ਆ, ਇਹਨੂੰ ਬਣਾਓ ਜੀ, ਇਹਨੂੰ ਬਣਾਵਾਂਗੇ, ਉਹ ਐਕਚੁਅਲੀ ਝੂਠ ਸੀ। ਔਨ ਦੈਟ ਡੇ ਮੈਂ ਡਿਬੇਟ ਤੇ ਸੀਗਾ ਤੇ ਮੈਂ ਕਿਹਾ ਸੀ ਮੈਨੂੰ ਦੱਸੋ ਕਿ ਇਹ ਕਿਹੜਾ ਇਹਨਾਂ ਦਾ ਸਿਸਟਮ ਆ ਜਿਹੜਾ ਇੰਨੇ ਸ਼ਾਰਟ ਟਾਈਮ ਦੇ ਵਿੱਚ 21 ਲੱਖ ਕਾਲਾਂ ਉਹਨੇ ਰਿਸੀਵ ਕਰ ਲਈਆਂ, ਉਹ ਜਨਤਕ ਕਰੋ। ਤੇ ਉਹਨਾਂ ਨੇ ਕਹਿੰਦੇ ਜੀ ਇਹ ਜਨਤਕ ਨਹੀਂ ਕਰ ਸਕਦੇ। ਮੈਂ ਕਿਹਾ ਮਤਲਬ ਤੁਸੀਂ ਕਹੋ ਵੀ ਝੂਠ ਵਾ, ਤੁਸੀਂ ਜਨਤਕ ਨਹੀਂ ਕਰ ਸਕਦੇ ਮਤਲਬ ਸੱਚਾਈ ਹੈ ਨਹੀਂ। ਉਹ ਸੱਚਾਈ ਸਾਹਮਣੇ ਆ ਗਈ। ਉਹਨਾਂ ਦੇ ਜਿਹੜਾ ਰਾਘਵ ਚੱਡਾ ਉਹਦਾ ਨੰਬਰ ਸੀ, ਉਸ ਨੰਬਰ ਤੇ ਤਾਂ ਅਸੀਂ ਐਵੇਂ 10-12 ਹਜ਼ਾਰ ਕੋਈ ਕਾਲ ਆਈ ਆ, ਉਹ ਸਾਰਾ ਕੁਝ ਹੁਣ ਜਨਤਕ ਹੋ ਗਿਆ। ਸੋ ਉਹਦਾ ਜਿਹੜਾ ਕਹਿੰਦਾ ਭਾਵਾ ਪੈਂਦਾ ਹੀ ਸੀਗਾ ਤੈ ਨਹੀਂ, ਉਹ ਜਿਸ ਵੇਲੇ ਇਹ ਲੋਕਾਂ ਨੇ ਅਸਲ ਕੇਜਰੀਵਾਲ ਚਾਹੁੰਦਾ ਸੀ ਕਿ ਮੈਨੂੰ ਆ ਜਾਊਗਾ ਮੇਰੇ ਨਾਂ ਤੇ ਵੀ ਕੇਜਰੀਵਾਲ ਨੂੰ ਬਣਾ ਦਿਓ, ਉਹਦਾ ਮਕਸਦ ਇਹ ਸੀਗਾ ਕਿਉਂਕਿ ਸਾਰੇ ਪੰਜਾਬ 'ਚ ਕੰਧਾਂ ਭਰੀਆਂ ਆ, ਇੱਕ ਮੌਕਾ ਕੇਜਰੀਵਾਲ ਨੂੰ, ਨਹੀਂ ਤਾਂ ਬੰਦਾ ਆਪਣੇ
ਪੰਜਾਬ ਦੀ ਗੱਲ ਕਰਦਾ, ਪੰਜਾਬ ਦੇ ਭਗਵੰਤ ਮਾਨ ਦੀ ਗੱਲ ਕਰਦੇ ਜਾਂ ਗੱਲ ਕਰਦੇ ਆਮ ਆਦਮੀ ਪਾਰਟੀ ਦੀ ਗੱਲ ਲਿਖਦੇ। ਇੱਕ ਮੌਕਾ ਕੇਜਰੀਵਾਲ ਨੂੰ, ਕੇਜਰੀਵਾਲ ਚਾਹੁੰਦਾ ਸੀ ਕਿ ਮੈਨੂੰ ਬਣਾਇਆ ਜਾਵੇ, ਜਦੋਂ ਦੇਖਿਆ ਵੀ ਮੇਰੇ ਨਾਲ ਆਇਆ ਹੀ ਨਹੀਂ, ਫਿਰ ਨਹੀਂ नहीं वो मैं भगवंत मान मेरा छोटा वीर है, मैं इसको ऐलान करदा। इस करके वो सारा कुछ बिल्कुल झूठ बोलते सारे चल रहा। केजरीवाल किसी ਉਹਦੀ ਗੱਲ ਦੀ ਸੱਚਾਈ ਨਹੀਂ। ਉਹ 17 ਵਾਲੀ ਗੱਲ ਭਗਵੰਤ ਮਾਨ ਦੇ ਨਾਂ ਤੇ ਵੋਟ ਹੋ ਸਕਦੀ ਹੈ ਕਿਉਂਕਿ ਫੈਨ ਫੋਲੋਇੰਗ ਤਾਂ ਭਗਵੰਤ ਮਾਨ ਦੀ ਵੀ ਬਹੁਤ ਹੈਗੀ ਹੈ ਨਾ। ਦੇਖੋ ਜਿਹੜੀ ਲਹਿਰ 17 ਵਿੱਚ ਸੀਗੀ ਬਣੀ ਆਮ ਆਦਮੀ ਪਾਰਟੀ ਦੀ, ਵਿਦੇਸ਼ਾਂ ਵਿੱਚੋਂ ਧਨ ਬੜਾ ਆਇਆ, ਵਿਦੇਸ਼ਾਂ ਵਿੱਚੋਂ ਲੋਕ ਵੀ ਇੱਥੇ ਆਏ, ਉਹ ਲਹਿਰ ਖਤਮ ਹੋ ਗਈ। ਪਰ ਕੁਝ ਤਾਂ ਹੋਊਗਾ ਨਾ, ਠੰਡਲ ਸਾਹਿਬ ਤਾਂ ਹੀ 3 ਵਾਰ ਮੁੱਖ ਮੰਤਰੀ ਬਣੇ ਨੇ ਕੇਜਰੀਵਾਲ। ਨਹੀਂ ਦੇਖੋ ਦਿੱਲੀ ਦੇ ਵਿੱਚ ਉਹਦੇ ਬਣ ਗਿਆ, ਦਿੱਲੀ ਦੇ ਵਿੱਚ ਜੋ ਉਹਦਾ ਚੱਲਦਾ ਸੀ ਕੰਮ ਜਿਸ ਤਰੀਕੇ ਦੇ ਨਾਲ, ਅਸੀਂ ਸਾਨੂੰ ਵੀ ਪਤਾ ਉਹਦੇ ਤਾਰਾਂ ਕਿੱਥੇ ਜੁੜੀਆਂ ਆ, ਉਹ ਜਿਸ ਕਿਸਮ ਜਿਹੜੀ ਗੱਲ ਸੀ ਉਹ ਸਾਰਾ ਹੀ ਸਾਨੂੰ ਪਤਾ ਲੱਗ ਗਿਆ, ਲੋਕਾਂ ਨੂੰ ਪਤਾ ਲੱਗ ਗਿਆ। ਹੁਣ ਉਹ ਪੰਜਾਬ ਦੇ ਵਿੱਚ ਉਹ ਗੱਲ ਜਿਹੜੀ ਆ ਉਹ ਕਿਤੇ ਨਜ਼ਰ ਨਹੀਂ ਆ ਰਹੀ। ਕੈਪਟਨ ਦੀ ਪਾਰਟੀ ਦਾ ਕੀ ਦੇਖਦੇ ਹੁਣ ਤਾਂ ਗੱਠਜੋੜ ਕੈਪਟਨ ਦੀ ਤਾਂ ਉਹਦੀ ਪਾਰਟੀ ਪਹਿਲੇ ਕਹਿੰਦੀ ਸੀ ਵੀ ਇਹਦੀ ਬੀਜੇਪੀ ਨਾਲ ਸਾਂਝ ਵਾ, ਇਹ ਦਿੱਲੀ ਦੇ ਉਹਨਾਂ ਨਾਲ ਰਲਿਆ ਹੋਇਆ, ਹੁਣ ਉਹ ਸਾਹਮਣੇ ਆ ਗਈ ਆ। ਜੋ ਗੱਲ ਪਬਲਿਕ ਵਿੱਚ ਸੀਗੀ ਵੀ ਕੈਪਟਨ ਦੀ ਜੀ ਇਹ ਤਾਂ ਬੀਜੇਪੀ ਨਾਲ ਰਲਿਆ ਆ, ਇਸ ਕਰਕੇ ਉਹ ਆਹ ਨਹੀਂ ਕਰ ਰਿਹਾ, ਉਹ ਨਹੀਂ ਕਰ ਰਿਹਾ, ਉਹਦੀ ਪਾਰਟੀ ਦੱਸ ਰਹੀ ਸੀ, ਉਹ ਗੱਲ ਸਾਹਮਣੇ ਆ ਗਈ। ਹੁਣ ਕੈਪਟਨ ਦਾ ਜਿੰਨੀਆਂ ਸੀਟਾਂ ਉਹਨੇ ਤੇ ਇਲੈਕਸ਼ਨ ਲੜੀ ਆ, ਉਹਨੂੰ ਜਿਹੜੀਆਂ ਮਿਲੀਆਂ ਉਹ ਤੇ ਦੇਖ ਲਵੇ 35 ਦੇ ਵਿੱਚੋਂ ਕਿੰਨੀਆਂ ਜਿੱਤ ਸਕਦਾ ਤੇ ਕਿੰਨੇ, ਇਸ ਕਰਕੇ ਪਰ ਉਹ ਲੋਕ ਕਹਿੰਦੇ ਸੀ ਇਕੱਠੇ ਹੋ ਗਏ ਨਾ 3 ਪਾਰਟੀਆਂ। ਦੇਖੋ ਇਕੱਠੇ ਭਾਵੇਂ ਹੋ ਗਏ ਆ, ਇਕੱਠੇ ਇਹ ਤੁਸੀਂ ਦੱਸੋ ਕਿ ਮੇਲ ਕੀ ਆ ਭਾਰਤੀ ਜਨਤਾ ਪਾਰਟੀ ਦਾ ਕੈਪਟਨ ਨਾਲ ਤੇ ਉਧਰ ਆਪਣੇ ਜਿਹੜੇ ਨਾਲ ਤੀਜੀ ਪਾਰਟੀ ਲੜੀ ਆ ਢੀਂਡਸੇ ਹੁਣਾਂ ਦੀ, ਇਹਨਾਂ ਤਿੰਨਾਂ ਦਾ ਮੇਲ ਕੀ ਆ? ਪਰ ਢੀਂਡਸਾ ਪਰਿਵਾਰ ਦੀ ਗੱਲ ਕਰੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਚਿਹਰੇ ਰਹੇ ਨੇ, ਵੱਡੇ ਆਗੂ ਰਹੇ ਨੇ, ਹੁਣੇ ਉਹ ਮਤਲਬ ਕਿ ਅਲੱਗ ਪਾਰਟੀ ਚ ਹੋਏ ਨੇ। ਦੇਖੋ ਉਹ ਹੋਏ ਆ, ਸਾਨੂੰ ਪਹਿਲਾਂ ਹੀ ਪਤਾ ਸੀ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਕਿਤੇ ਨਾ ਕਿਤੇ ਕੋਈ ਇਹੋ ਜਿਹਾ ਹੱਲ ਲੱਭ ਰਹੀ ਆ, ਕੋਈ ਬੰਦੇ ਦੇ ਚਿਹਰੇ ਉਹਨਾਂ ਨੂੰ ਸੀ ਕਿ ਸ਼ਾਇਦ ਇਹ ਵੱਡਾ ਚਿਹਰਾ ਆ, ਸੈਂਟਰ 'ਚ ਮੰਤਰੀ ਵੀ ਰਿਹਾ, ਪਾਰਟੀ ਦਾ ਸਕੱਤਰ ਜਨਰਲ ਆ, ਵੀ ਸ਼ਾਇਦ ਇਹਨੂੰ ਸਾਡੇ ਵਿੱਚ ਆ ਜਾਊਗਾ ਤਾਂ ਸਾਨੂੰ ਬਹੁਤ ਬਲ ਮਿਲੂਗਾ। ਉਹ ਜਾਣਨਾ ਜਿਹੜੇ ਜਿੰਨੇ ਉਹਨਾਂ ਬੰਦੇ ਗਏ ਸੀ ਸਾਰੇ ਛੱਡ ਗਏ। ਅੱਜ ਤੁਸੀਂ ਦੇਖੋ ਨਾ ਉਹਦਾ ਢੀਂਡਸੇ ਦੇ ਨਾਲ ਉਹ ਬ੍ਰਹਮਪੁਰਾ ਛੱਡ ਗਿਆ, ਇੱਕ ਵਿਚਾਰਾ ਸੇਖਵਾ ਸੀ ਉਹ ਮਰ ਗਿਆ, ਹੋਰ ਜਿਹੜੇ ਬਾਕੀ ਬੰਦੇ ਸੀ ਸਾਰੇ ਹੀ ਮੁੜ ਕੇ ਅਕਾਲੀ ਦਲ ਵਿੱਚ ਆ ਗਏ। ਦੇਖਿਆ ਵੀ ਹੈ ਹੀ ਕੁਛ ਨਹੀਂ, ਪੱਲੇ ਕੁਛ ਨਹੀਂ। ਤੁਸੀਂ ਗੱਲ ਕੀਤੀ ਸੀ ਢੀਂਡਸਾ ਸਾਹਿਬ ਨਾਲ ਕਿ ਤੁਸੀਂ ਨਾ ਛੱਡੋ ਪਾਰਟੀ, ਵੱਡੇ ਤੁਸੀਂ ਚਿਹਰੇ ਹੋ ਸਾਡੇ। ਦੇਖੋ ਮੇਰੀ ਜਿਹੜੀ ਦੀ ਗੱਲ ਤਾਂ ਸਰ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨੂੰ ਬਹੁਤ ਆਪਣੇ ਨੇੜੇ ਰੱਖਿਆ, ਉਹਨੂੰ ਬੜਾ ਮਾਣ ਸਨਮਾਨ ਵੀ ਦਿੱਤਾ, ਪਾਰਟੀ ਨੇ ਉਹਨੂੰ ਬੜਾ ਮਾਣ ਦਿੱਤਾ, ਔਰ ਨਾ ਜਿੱਤਣ ਦੇ ਬਾਵਜੂਦ ਵੀ ਉਹਨਾਂ ਨੂੰ ਦੂਜੇ ਰਾਜ ਸਭਾ ਭੇਜਦੇ ਰਹੇ, ਅਸੈਂਬਲੀ ਕਦੇ ਇੱਕ ਵਾਰ ਜਿੱਤੇ ਸੀ, ਮੁੜ ਕੇ ਜਿੱਤੇ ਨਹੀਂ। ਸੋ ਇਸ ਕਰਕੇ ਪਾਰਟੀ ਜਿਹੜੇ ਮਾਣ ਦਿੰਦੀ ਹੁੰਦੀ ਆ, ਮੈਂ ਦੇਖੋ 4 ਵਾਰੀ ਜੇ ਮੈਂ ਜਿੱਤਿਆ ਤਾਂ ਮੈਨੂੰ ਪਾਰਟੀ ਨੇ ਹਰ ਵਾਰੀ ਮਾਣ ਦਿੱਤਾ। 97 ਦੇ ਵਿੱਚ ਮੈਂ ਸਟੇਟ ਮਿਨਿਸਟਰ ਬਣਿਆ, 7 ਦੇ ਵਿੱਚ ਸਰਕਾਰ ਆਈ ਆ ਤੇ ਮੈਂ CPS ਬਣਿਆ, 12 ਵਿੱਚ ਸਰਕਾਰ ਆਈ ਆ ਤੇ ਮੈਂ ਕੈਬਨਿਟ ਮੰਤਰੀ ਬਣਿਆ। ਇਸ ਕਰਕੇ ਪਾਰਟੀਆਂ ਮਾਣ ਦਿੰਦੀਆਂ ਆਈਆਂ, ਪਾਰਟੀਆਂ ਦੇ ਜਿਹੜਾ ਮਾਣ ਹੁੰਦਾ, ਜੇ ਹੁਣ ਕੋਈ ਔਖੀ ਕਿਤੇ ਹੋ ਵੀ ਜਾਂਦੀ ਸਰਕਾਰ ਨਹੀਂ ਵੀ ਹੈਗੀ, ਇਹਦਾ ਮਤਲਬ ਆਪਾਂ ਪਾਰਟੀ ਛੱਡ ਕੇ ਹੋਰ ਪਾਸੇ ਚੱਲ ਜਾਣਾ। ਜਿਹੜੇ ਪਾਰਟੀ ਨੇ ਇੰਨਾ ਮਾਣ ਦਿੱਤਾ, ਤੁਹਾਨੂੰ ਰਾਜ ਸਭਾ 'ਚ ਭੇਜਿਆ, ਉੱਥੇ ਤੁਹਾਨੂੰ ਕੈਬਨਿਟ ਰਾਜ ਸਭਾ ਦੇ ਮੈਂਬਰ ਸੈਂਟਰ 'ਚ ਬਣਾਇਆ, ਉਹ ਪਾਰਟੀ ਦਾ ਜੇ ਇਦਾਂ ਦੀ ਕੋਈ ਗੱਲ ਆ ਗਈ ਆ ਹੁਣ ਤੇ ਇਹਦਾ ਮਤਲਬ ਇਹ ਥੋੜ੍ਹਾ ਵੀ ਛੱਡ ਕੇ ਤੁਸੀਂ ਹੁਣ ਦੂਜੇ ਪਾਸੇ ਚੱਲ ਜਾਓ ਵੀ ਇੱਧਰ ਤਾਂ ਹੁਣ ਕੁਛ ਹੈ ਨਹੀਂ, ਇੱਧਰ ਨੂੰ ਚੱਲ ਜਾਓ। ਉਹ ਕਹਿੰਦੇ ਸੀ ਪ੍ਰਕਾਸ਼ ਬਾਦਲ ਆਪਣੇ ਪੁੱਤ ਨੂੰ ਮੂਹਰੇ ਕਰ ਰਿਹਾ, ਤਾਂ ਉਹਨੇ ਕਿਹੜਾ ਨਹੀਂ ਕੀਤਾ? ਪਰਮਿੰਦਰ ਢੀਂਡਸੇ ਨੂੰ ਉਹਨੇ ਪਿੱਛੇ ਛੱਡਿਆ, ਉਹਨੇ ਪਰਮਿੰਦਰ ਢੀਂਡਸੇ ਨੂੰ ਮੁੱਖ ਮੰਤਰੀ ਬਣਾਉਣ ਲਈ ਚਿਹਰਾ ਪੇਸ਼ ਕੀਤਾ ਸੀ। ਸੋ ਇਹ ਸਾਰੇ ਗੱਲ ਇੱਕੋ ਜਿਹੀ ਆ। ਸੋ ਮੈਂ ਸਮਝਦਾ ਕਿ ਉਹ ਆਧਾਰ ਨਹੀਂ ਰਿਹਾ ਹੁਣ, ਜਿੰਨਾ ਵੀ ਜਿਹੜਾ ਹੈਗਾ ਨਾ ਹੁਣ ਇਹਨਾਂ ਦਾ ਕਿਸੇ ਦਾ ਕੋਈ ਆਧਾਰ ਨਹੀਂ ਹੈਗਾ। ਠੰਡਾ ਸਾਹਿਬ ਚੱਬੇਵਾਲ ਦੀ ਗੱਲ ਕਰ ਲੈਣੀ ਹੈ, ਕੀ ਏਜੰਡਾ ਲੈ ਕੇ ਤੁਸੀਂ ਹੁਣ ਲੋਕਾਂ 'ਚ ਜਾ ਰਹੇ ਹੋ? ਦੇਖੋ ਜਿਹੜਾ ਚੱਬੇਵਾਲ ਹਲਕਾ ਆ, ਚੱਬੇਵਾਲ ਹਲਕਾ ਲੋਕਾਂ ਨੇ ਮੈਨੂੰ ਦੇਖਿਆ ਆ, ਮੈਂ ਇਸ ਹਲਕੇ ਦਾ ਰਹਿਣ ਵਾਲਾ ਆ, ਮੇਰੀ ਇੱਥੇ ਹਰ ਪਰਿਵਾਰਾਂ 'ਚ ਘਰਾਂ 'ਚ ਮੇਰੀ ਜਾਣ ਪਛਾਣ ਆ। ਜਿਹੜਾ ਮੌਜੂਦਾ MLA ਸੀਗਾ, ਪਹਿਲੀ ਵਾਰੀ MLA ਬਣਿਆ, ਪਰ ਉਹਨੇ ਹਲਕੇ ਦੇ ਵਿੱਚ ਡਿਵੈਲਪਮੈਂਟ ਪੱਖੋਂ ਬਿਲਕੁਲ ਹਲਕਾ ਜਿਹੜਾ ਉਹ ਨਕਾਰ ਦਿੱਤਾ, ਔਰ ਹਲਕੇ ਦੇ ਅੰਦਰ ਨਸ਼ਾ ਜਿਹੜਾ ਵੱਡੇ ਲੈਵਲ ਤੇ ਘਰ ਨਸ਼ਾ ਜਿਹੜਾ ਉਹ ਵਿਕਿਆ। ਔਰ ਸਭ ਤੋਂ ਵੱਡੀ ਗੱਲ ਜਿਹੜਾ ਵੈਂਡੇਟਾ ਆ, ਜਿਹੜੇ ਲੋਕਾਂ ਦੇ ਪਰਚੇ ਆ ਉਹ ਵੱਡੇ ਲੈਵਲ ਤੇ ਹੋਏ ਆ, ਔਰ ਸਾਰੇ ਥਾਣਿਆਂ ਤੁਸੀਂ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਜੇ ਕਿਤੇ ਰਿਕਾਰਡ ਲੈਣਾ ਹੋਵੇ ਤੇ ਸਭ ਤੋਂ ਵੱਧ ਪਰਚੇ ਹਲਕਾ ਚੱਬੇਵਾਲ ਦੇ ਵਿੱਚ ਹੋਏ ਆ, ਉਹ ਮੇਰੇ ਵਰਕਰਾਂ ਤੇ ਹੋਏ ਆ। ਇੱਕ ਖਨੌੜਾ ਪਿੰਡ ਆ, ਮੈਂ ਤੁਹਾਨੂੰ ਦੱਸਦਾ, ਥਾਣਾ ਮੇਠੀਆਣੇ ਦੇ ਕੋਲ ਆ, 68 ਬੰਦਿਆਂ ਤੇ ਪਰਚਾ ਆ, ਵਿੱਚ ਲੇਡੀ ਦੀ ਵੀ ਆ। ਬਥੇਰਾ ਉਹ ਜਾ ਘੁੰਮ ਹਟੇ, ਨਹੀਂ ਜੀ ਠੰਡ ਦੇ ਬੰਦੇ ਆ ਤੇ ਪਰਚਾ ਦੇ ਦਿਓ, ਇਹਨਾਂ ਦੇ ਪਰਚਾ ਦੇ ਦਿਓ। ਇਸ ਕਰਕੇ ਜਿਹੜੀ ਇਦਾਂ ਦੀ ਜਿਹੜੀ ਪੋਲੀਟਿਕਸ ਵਾ, ਲੋਕ ਉਹ ਤੋਂ ਅੱਕ ਗਏ ਆ। ਵੱਡੀ ਗੱਲ ਕਿ ਜਿਹੜਾ ਕਾਂਗਰਸ ਦਾ ਝੂਠ ਸੀ, ਉਹ ਝੂਠ ਵੀ ਜਿਹੜਾ ਆ ਉਹ ਲੋਕਾਂ ਨੂੰ ਪਤਾ ਲੱਗਿਆ ਵੀ ਇਹ ਤਾਂ ਝੂਠ ਵਾ, ਝੂਠ ਤੇ ਇਹਨਾਂ ਕੋਈ ਕੰਮ ਨਹੀਂ ਕੀਤਾ। ਉਹ ਤਾਂ ਕਹਿੰਦੇ ਕੰਮ ਹੀ ਬਹੁਤ ਕੀਤਾ ਸੀ, ਕੰਮ ਬਹੁਤ ਕੀਤਾ। ਨਸ਼ਾ ਸਾਰੇ ਸ਼ਰਾਬ ਵੇਚਣ ਨੂੰ, ਤੂੰ ਪੇਟੀ ਵੇਚ ਲੈ, 2 ਪੇਟੀਆਂ ਵੇਚ ਲੈ,
ਕਿਤੇ ਚਿੱਟਾ ਵਿਕ ਰਿਹਾ, ਨੌਜਵਾਨ 5-6 ਨੌਜਵਾਨ ਇੱਕ ਪਿੰਡ ਦੇ 5 ਸਾਲ ਦੇ ਵਿੱਚ 22-23 ਸਾਲ ਦੇ ਨਸ਼ੇ ਨਾਲ ਮਾਰੇ ਗਏ ਆ। ਤੇ ਇਹ ਕੰਮ ਕੀਤੇ ਇਦਾਂ ਦੇ ਜਿਹੜੇ 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 ਲੋਕ ਚਾਹੁੰਦੇ ਆ ਡੈਮੋਕ੍ਰੇਸੀ ਦੇ ਵਿੱਚ, ਜਾਂ ਲੋਕਾਂ ਦੇ ਜਿਹੜੇ ਕੰਮ ਕਰਨੇ ਆ। ਤੁਸੀਂ ਹਲਕੇ ਦੀ ਡਿਵੈਲਪਮੈਂਟ ਲਈ ਕੀ ਕੰਮ ਕੀਤਾ? ਕੀ ਤੁਸੀਂ ਕਿਸਾਨਾਂ ਦੀ ਬਿਹਤਰੀ ਵਾਸਤੇ ਕੋਈ ਸਿੰਚਾਈ ਦੇ ਟਿਊਬਵੈੱਲ, ਕੋਈ ਲੋਕਾਂ ਦੇ ਪਾਣੀ ਪੀਣ ਦੇ ਟਿਊਬਵੈੱਲ, ਕੋਈ ਐਜੂਕੇਸ਼ਨ ਦੇ ਖੇਤਰ ਦੇ ਵਿੱਚ, ਜਾਂ ਤੁਸੀਂ ਕੋਈ ਹੋਰ ਜਿਹੜਾ ਆਪਣੇ ਹਲਕੇ ਦੀਆਂ ਕੋਈ ਸੜਕਾਂ ਦੀ ਹਾਲਤ ਜੇ ਤੁਸੀਂ ਦੇਖੋਗੇ ਤੇ ਬਹੁਤ ਮੰਦਾ ਹਾਲ ਹੈ, ਲੰਘਿਆ ਨਹੀਂ ਜਾਂਦਾ। ਇੱਕ ਸੜਕ ਹੈ ਗੜਸ਼ੰਕਰ ਤੋਂ ਆਦਮਪੁਰ, ਮੈਂ ਉਸ ਵੇਲੇ ਬਣਾਈ, ਉਹਨੂੰ ਵੱਡੀਆਂ ਕਰਕੇ ਬਣਾਇਆ ਸੀ, ਨਹਿਰ ਦੇ ਨਾਲ 65 ਕਰੋੜ ਰੁਪਇਆ ਲਾਇਆ ਸੀ। ਹੁਣ 3 ਸਾਲ ਤੋਂ ਡੀਓ ਸੀ, ਰਿਪੇਅਰ ਵੀ ਨਹੀਂ ਕਰਾ ਸਕਿਆ, ਲੰਘਿਆ ਨਹੀਂ ਜਾਂਦਾ। ਔਰ ਲੋਕਾਂ ਦੇ ਡਿੱਗ ਕੇ ਗੋਡੇ ਟੁੱਟਦੇ ਆ, ਗੱਡੀਆਂ ਟੁੱਟਦੀਆਂ। ਤੇ ਉਸ ਕਰਕੇ ਕੰਮ ਅੱਜ ਤੁਸੀਂ ਕਿਤੇ ਘੁੰਮ ਕੇ ਦੇਖ ਲਓ ਹਲਕੇ ਦੇ ਵਿੱਚ, ਕਿਸੇ ਪਾਸੇ ਨੂੰ ਕੋਈ ਸੜਕ ਤੁਹਾਨੂੰ ਚੰਗੀ ਦਿਖਦੀ ਆ? ਕੋਈ ਕੰਮ ਜਿਹੜਾ ਆ ਉਹ ਪ੍ਰੋਪਰ ਨਹੀਂ ਹੋਇਆ। ਬਸ ਇੱਕੋ ਹੀ ਗੱਲ ਆ ਵੀ ਉਹ ਵਿਰੋਧੀਆਂ ਨੂੰ ਦਬਾ ਲਓ, ਆਹ ਕਰ ਲਓ। ਪੰਚਾਇਤਾਂ ਨੂੰ ਕੰਮ ਕਰਨੇ ਨਹੀਂ ਦਿੱਤਾ, ਮਤਲਬ ਇੰਨੀ ਮਾੜੀ ਹਾਲਤ ਰਹੀ ਆ। ਸਭ ਕੁਝ ਆਪਣੇ ਕੰਟਰੋਲ 'ਚ ਕਰ ਲਿਆ, ਥਾਣਿਆਂ ਦੇ ਕੰਟਰੋਲ ਕਰ ਲਿਆ। ਸੋ ਲੋਕ ਅੱਕੇ ਪਏ ਆ, ਜਵਾਬ ਦੇਣ ਲਈ ਤਿਆਰ। ਵਿਧਾਇਕ ਬਣਦੇ ਨੇ ਤਾਂ ਕੀ ਕਰੋਗੇ ਚੱਬੇਵਾਲ ਦੇ? ਦੇਖੋ, ਮੇਰੇ ਕੰਮ ਦਾ ਲੋਕਾਂ ਨੂੰ ਪਤਾ ਆ। ਮੈਂ ਇੱਕ ਤਾਂ ਈਜ਼ੀਲੀ ਅਵੇਲੇਬਲ ਆ, ਇੱਥੇ ਵੀ ਮੇਰਾ ਦਫ਼ਤਰ ਆ, ਮੇਰਾ ਪਿੰਡ ਵੀ ਹਲਕੇ ਦੇ ਵਿੱਚ ਆ। ਤੇ ਦੂਜੀ ਗੱਲ ਇਹ ਆ ਕਿ ਮੈਂ ਲੋਕਾਂ ਦੇ ਵਿੱਚ ਪਿਆਰ ਨਾਲ ਵਿਚਰਦਾ, ਤੇ ਡਿਵੈਲਪਮੈਂਟ ਦੇ ਪੱਖੋਂ ਮੈਂ ਜ਼ਿਆਦਾ ਤੌਰ 'ਤੇ ਲੋਕਾਂ 'ਚ ਕੰਮ ਕੀਤਾ। ਔਰ ਮੇਰਾ ਜਿਹੜਾ ਹੁਣ ਵੀ ਇਹ ਮਕਸਦ ਇਹ ਆ ਕਿ ਜਿਹੜਾ ਨਸ਼ਾ ਵਧਿਆ ਉਹਨੂੰ ਕੰਟਰੋਲ ਕਰਨਾ, ਜਿਹੜੀ ਘਰ ਸ਼ਰਾਬ ਵਿਕਣੀ ਸ਼ੁਰੂ ਹੋਈ ਹੈ, ਜਾਂ ਜਿਹੜੇ ਝੂਠੇ ਪਰਚੇ ਹੋਏ ਆ, ਇਹ ਲੋਕਾਂ ਨੂੰ ਰਾਹਤ ਦੇਵਾਂਗਾ। ਸਭ ਤੋਂ ਵੱਡੀ ਗੱਲ ਇਹ ਆ ਕਿ 2-3 ਮਸਲੇ ਇਦਾਂ ਦੇ ਆ। ਨਸ਼ੇ ਲੈ ਕੇ ਤਾਂ ਅਕਾਲੀ ਦਲ ਦੇ ਬੜੇ ਸੀਨੀਅਰ ਆਗੂ ਵੀ ਘਿਰ ਰਹੇ ਮੈਂ ਤੁਹਾਨੂੰ ਦੱਸ ਦਿੰਦਾ, 2-3 ਮਸਲੇ ਇਦਾਂ ਦੇ, ਜਿਵੇਂ ਖਰਾਲਗੜ੍ਹ ਦੀ ਧਰਤੀ ਦੇ ਗੁਰੂ ਰਵਿਦਾਸ ਜੀ ਦੀ ਯਾਦਗਾਰ ਮੈਂ ਬਣਾਉਣੀ ਸ਼ੁਰੂ ਕੀਤੀ ਸੀ, 125 ਕਰੋੜ ਦਾ ਪ੍ਰੋਜੈਕਟ ਆ। ਉਹ ਜਿਉਂ ਸਰਕਾਰ ਬਦਲੀ ਆ ਉੱਥੇ ਖੜ ਗਈ। MLA ਚੱਬੇਵਾਲ ਜਿਹੜਾ, ਇਹ ਵੀ ਰਿਜ਼ਰਵ ਸੀਟ ਤੇ ਆ। ਇਹਨੂੰ ਨਹੀਂ ਦੱਸਿਆ ਕਿ ਸਾਡੇ ਗੁਰੂ ਰਵਿਦਾਸ ਜੀ ਦੀ ਯਾਦਗਾਰ ਆ, ਉਹਨੂੰ ਕੰਪਲੀਟ ਕਰੀਏ। ਇੱਥੇ ਕੰਢੀ ਕਨਾਲ ਆ, ਮੈਂ 220 ਕਰੋੜ ਰੁਪਇਆ ਖਰਚ ਕਰਕੇ ਪਾਣੀ ਲੋਕਾਂ ਨੂੰ ਚਾਲੂ ਕਰਕੇ ਦਿੱਤਾ। ਉਹ ਜਦ ਦੀ ਸਰਕਾਰ ਬਦਲੀ ਆ ਉਹਦੇ ਵਿੱਚ ਇੱਕ ਬੂੰਦ ਪਾਣੀ ਨਹੀਂ ਆਈ, ਕਿਸੇ ਨੇ ਉਸ ਪਾਸੇ ਧਿਆਨ ਨਹੀਂ ਦਿੱਤਾ। ਤੇ ਮੈਂ 73 ਤੋਂ 74 ਡੂੰਘੇ ਟਿਊਬਵੈੱਲ ਲੋਕਾਂ ਨੂੰ ਦਿੱਤੇ। ਔਰ ਵੱਡੇ ਲੈਵਲ ਉੱਪਰ ਤੁਸੀਂ ਹੈਰਾਨ ਹੋਵੋਗੇ ਕਿ ਹਲਕੇ ਦੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਸਪੋਰਟਸ ਨਾਲ ਜੋੜਨ ਵਾਸਤੇ ਕਲੱਬਾਂ ਨੂੰ, ਸਟੇਡੀਅਮਾਂ ਨੂੰ ਵੱਧ ਤੋਂ ਵੱਧ ਪੈਸੇ ਮੈਂ ਦਿੰਦਾ ਸੀ। ਹੁਣ 5 ਸਾਲ ਦੇ ਵਿੱਚ ਨਾ ਤਾਂ ਕੋਈ ਟੂਰਨਾਮੈਂਟ ਕਿਤੇ ਜਾਂਦਾ, ਨਾ MLA ਜਾਂਦਾ, ਨਾ ਕਿਸੇ ਨੂੰ ਕੋਈ ਪੈਸਾ ਦਿੰਦਾ। ਇਹ ਲੋਕਾਂ ਨੂੰ ਸੋਸ਼ਲ ਤੌਰ ਦੇ ਉੱਪਰ ਲੋਕਾਂ ਨੂੰ ਜੋੜਨਾ ਹੁੰਦਾ, ਲੋਕਾਂ ਲਈ ਕੰਮ ਕਰਨੇ ਹੁੰਦੇ ਆ। ਤੇ ਇਹ ਤਾਂ ਬਾਕੀ ਤੁਸੀਂ ਦੇਖੇ ਲੈਣਾ। ਨਸ਼ੇ ਦੀ ਗੱਲ ਚੱਲੀ ਹੈ, ਮਜੀਠੀਆ ਫਸੇ ਹੋਏ ਨੇ ਡਰੱਗ ਕੇਸ ਦੇ ਵਿੱਚ, ਕੀ ਕਹਿਣਾ ਚਾਹੋਗੇ? ਕੀ ਤੁਹਾਨੂੰ ਪਤਾ ਵੀ ਉਹਦੇ ਖਿਲਾਫ ਜਿਹੜੀ FIR ਹੈਗੀ ਡਰੱਗ ਦੀ, ਜਾਂ ਜਿਹੜੇ ਬੰਦੇ ਜਿਹੜਾ ਕੇਸ ਜਿਹਦੀ ਗੱਲ ਕਰਦੇ ਆ, ਉਹ 13 ਦਾ ਕੇਸ ਜਿਹੜਾ ਆ, ਇੰਨੇ ਸਾਲ ਹੋ ਗਏ ਉਹਦੇ ਪਰਚਾ ਵੀ ਚੱਲ ਗਿਆ, ਕਈ ਜੇਲ੍ਹ ਚਲੇ ਗਏ, ਕਈ ਬਰੀ ਹੋ ਗਏ। ਕਿਸੇ ਕੋਰਟ ਦੇ ਵਿੱਚ ਉਹਦਾ ਇਹਦੀ ਕੋਈ ਗੱਲ ਨਾ ਪੇਸ਼ ਕੀਤਾ ਹੋਵੇ, ਕਿਸੇ ਜੱਜ ਨੇ ਉਹਨਾਂ ਨੂੰ ਸਮਨ ਕੀਤਾ ਹੋਵੇ ਵੀ ਤੁਹਾਡੇ ਤੇ ਆਹ ਕੇਸ ਹੈਗਾ, ਉਹਦਾ ਕੇਸ ਹੀ ਦੂਜਾ ਹੋ ਗਿਆ। ਉਹਨੂੰ ਤਾਂ ਫਸਾਉਣ ਵਾਸਤੇ ਨਾ ਕੋਈ ਮੁੱਦਾ ਕੋਈ ਨਹੀਂ ਸੀ। ਤੇ 4 ਤਾਂ DGP ਇਸੇ ਕਰਕੇ ਬਦਲੇ ਆ ਨਾ, 4 DGP ਇਸੇ ਕਰਕੇ ਬਦਲੇ ਆ। ਔਰ ਜੇ ਇਹਨਾਂ ਕੋਈ ਠੋਸ ਸਬੂਤ ਹੁੰਦਾ, ਉਹ ਕੋਈ ਇਦਾਂ ਦਾ ਬੰਦਾ ਤਾਂ ਹੈ ਨਹੀਂ ਵੀ ਤੁਸੀਂ ਉਸ ਗਲੀ ਵਿੱਚ ਜਾ ਕੇ ਉੱਥੇ ਪਾ ਦਿਓ ਇੱਥੋਂ ਫੜ ਲਿਆ ਜੀ, ਉਹ ਗੱਲ ਕਰਤੀ। ਉਹ ਇਸ ਲੈਵਲ ਦਾ ਬੰਦਾ ਤਾਂ ਹੈ ਨਹੀਂ ਹੈ ਨਾ। ਜੇ ਉਹ ਇੱਕ ਏਡਾ ਨਾਮ ਕੱਦਵਾਰ ਬੰਦਾ ਆ, ਜੇ ਉਹਦੇ ਉੱਪਰ ਗੱਲ ਸੀ ਤਾਂ ਵੀ ਕੋਰਟਾਂ ਜਾਂ ਜਿਹੜੀ ਪੁਲਿਸ ਵਾ, ਜਾਂ ਜਿੱਥੇ ਪਹਿਲਾਂ ਉਹਨਾਂ ਆਉਂਦਾ, ਜਿਹੜੀਆਂ 2-3 ਸੀਨੀਅਰ ਅਧਿਕਾਰੀਆਂ ਨੇ IG ਲੈਵਲ ਦੇ ਇਨਕੁਆਰੀਆਂ ਕੀਤੀਆਂ ਨੇ, ਤੇ ਉਹਨਾਂ ਨੇ ਕਿਤੇ ਨਹੀਂ ਪਾਇਆ ਵੀ ਜਿਹੜਾ ਮਜੀਠੀਆ ਗਿਲਟੀ ਆ। ਹੁਣ ਚੋਣ ਲੜਨ ਜਾ ਰਹੇ ਨੇ ਅੰਮ੍ਰਿਤਸਰ ਦੇ ਵਿੱਚ, ਸਿੱਧੀ ਟੱਕਰ ਕਹਿੰਦੇ ਹੋ ਰਹੀ ਹੈ ਨਵਜੋਤ ਸਿੱਧੂ ਤੇ ਮਜੀਠੀਆ ਸਾਹਿਬ ਦੀ। ਬਿਲਕੁਲ, ਸਾਡਾ ਮਾਝੇ ਦਾ ਜਰਨੈਲ ਆ, ਭਜਾਊਗਾ ਉੱਥੋਂ ਬੁਰੀ ਤਰ੍ਹਾਂ ਇਹਨੂੰ, ਸਿੱਧੂ ਨੂੰ। ਕਿਉਂਕਿ ਸਿੱਧੂ ਦੀ ਜਿਹੜੀ ਸਮੇਂ ਤੋਂ ਅੰਮ੍ਰਿਤਸਰ ਤੋਂ ਸਿੱਧੂ ਜਿੱਤਦੇ ਆਣੇ, ਤੁਹਾਨੂੰ ਲੱਗਦਾ ਮਜੀਠੀਆ ਜੀ ਹੁਣ? ਚਲੋ ਪਹਿਲਾਂ ਗੱਲ ਹੋਰ ਸੀ, ਕੋਈ ਨਹੀਂ ਮੁਕਾਬਲੇ ਵਿੱਚ ਆਇਆ। ਹੁਣ ਤਾਂ ਜਿਹੜੀ ਟੱਕਰ ਦੇਣ ਵਾਲਾ ਮੋਰੇ ਤਿਆਰ ਖੜਾ, ਅੱਜ ਨੋਮੀਨੇਸ਼ਨ ਕਰ ਦਿੱਤੀ ਆ। ਹੁਣ ਦੇਖਦੇ ਆ ਸਿੱਧੂ ਦਾ ਕਿਤੇ ਭਾਜਪਾ ਦੀ ਕਮੀ ਮਹਿਸੂਸ ਹੋਊਗੀ, ਘਾਟਾ ਪਊਗਾ ਪਾਰਟੀ ਨੂੰ, ਅੱਜ ਹੈ ਨਹੀਂ ਨਾਲ। ਦੇਖੋ, ਸਾਡੀ ਪਾਰਟੀ ਦੇ ਜੇ ਉਹਨਾਂ ਨੂੰ ਸਾਂਝ ਪਾਈ ਸੀ ਤਾਂ ਬਹੁਤ ਵਧੀਆ ਸੀ। ਅਸੀਂ BJP ਦੇ ਨਾਲ ਸਰਕਾਰਾਂ ਵੀ ਚਲਾਈਆਂ, ਬੜਾ ਮਾਣ ਦਿੰਦੇ ਰਹੇ ਹਾਂ। ਔਰ ਚਲੋ ਜਿਹੜਾ ਮਸਲਾ ਇਦਾਂ ਦਾ ਆ ਗਿਆ ਸੀ, ਕਿਸਾਨੀ ਦਾ ਮਸਲਾ ਸੀ, ਅਸੀਂ ਉਸ ਮੁੱਦੇ ਦੇ ਉੱਪਰ ਆ ਕੇ ਆਪਣੇ ਕਿਸਾਨ ਨੂੰ ਨਹੀਂ ਸੀ ਛੱਡ ਸਕਦੇ। ਸੋ ਉਹ ਪਾਰਟੀ ਹੱਥੋਂ ਵੱਖ ਹੋ ਗਈ ਆ। ਪਰ ਜੋ ਇਸ ਵੇਲੇ BJP ਵੀ ਜਿਹੜੀ ਹੈ, ਜਿਸ ਤਰੀਕੇ ਦੇ ਨਾਲ ਜੋ ਆਪਣੀ ਪਾਵਰ ਦੀ ਵਰਤੋਂ ਕਰਕੇ ਚਾਹੁੰਦੀ ਹੈ ਕਿ ਉਹ ਪੰਜਾਬ ਤੇ ਕਬਜ਼ਾ ਕਰ ਜਾਂ ਬਾਕੀ ਸਟੇਟਾਂ ਤੇ ਕਰ ਲਵੇ,
ਉਹਦਾ ਰਿਜ਼ਲਟ ਉਹਨੇ ਵੈਸਟ ਬੰਗਾਲ 'ਚ ਦੇਖਿਆ। ਬਸਪਾ ਦਾ ਉਹਨਾਂ ਫਾਇਦਾ ਹੋਏਗਾ ਜਿੰਨਾ ਤੁਹਾਨੂੰ ਬੀਜੇਪੀ ਦਾ ਹੁੰਦਾ ਸੀ, ਕਿਉਂਕਿ 23 ਸੀਟਾਂ ਤੁਸੀਂ ਉਮੀਦਵਾਰ ਉਤਾਰਦੇ ਦੇਖੋ ਸੀ। ਗੱਲ ਇਹ ਹੈ ਕਿ ਬਸਪਾ ਦਾ ਵੋਟ ਬੈਂਕ ਪਿੰਡਾਂ ਦੇ ਵਿੱਚ ਆਧਾਰ ਵੱਧ ਹੈਗਾ, ਉਹਦਾ ਸਾਨੂੰ ਜਿਹੜੀਆਂ ਖਾਸ ਕਰ ਦੁਆਬੇ ਦੀਆਂ ਜਿਹੜੀਆਂ 23 ਸੀਟਾਂ ਹੈਗੀਆਂ ਉਹਦੇ ਵਿੱਚ ਵੱਡੀ ਵੋਟ ਬੈਂਕ ਆ, ਉਹਦੇ ਨਾਲ ਆਪਾਂ ਦੁਆਬੇ ਦੀਆਂ ਸੀਟਾਂ ਤੇ ਬਹੁਤ ਵੱਡਾ ਜਿਹੜਾ ਮਾਰਜਨ ਨਾਲ ਸੀਟਾਂ ਜਿੱਤਣ ਜਾ ਰਹੇ ਹਾਂ ਔਰ ਸਰਕਾਰ ਬਣਾਉਣ ਦੇ ਵਿੱਚ ਦੁਆਬੇ ਦਾ ਬਹੁਤ ਵੱਡਾ ਜਿਹੜਾ ਆ ਉਹ ਰੋਲ ਹੋਊਗਾ। ਚਰਚਾ ਇਹ ਵੀ ਚੱਲੀ ਸੀ, ਕਹਿੰਦੇ ਵੀ ਅਕਾਲੀ ਦਲ ਤਾਂ ਬਸਪਾ ਨਾਲ ਵੀ ਧੱਕਾ ਕਰਕੇ ਸੀਟਾਂ ਦੀ ਵੰਡ ਨੂੰ ਲੈ ਕੇ ਕਹਿੰਦੇ ਕਮਜ਼ੋਰ ਸੀਟਾਂ ਦੇਤੀਆਂ ਬਸਪਾ ਨੂੰ। ਦੇਖੋ ਜਿਹੜੀ ਪਾਰਟੀ 92 ਤੋਂ ਬਾਅਦ ਮੁੜ ਕੇ ਨਾ ਉਹਨਾਂ ਦਾ ਕੋਈ ਐਮਐਲਏ ਬਣਿਆ ਨਾ ਕੋਈ ਹੋਰ ਗੱਲ ਹੋਈ, ਸਿਰਫ 96 ਦੇ ਵਿੱਚ ਅਲਾਇੰਸ ਹੋਇਆ ਸੀ ਸਾਡੇ ਨਾਲ ਤੇ 3 ਸੀਟਾਂ ਤੇ ਬੀਐਸਪੀ ਲੜੀ ਸੀ, 8 ਤੇ ਅਸੀਂ ਲੜੇ ਸੀ, 2 ਕਾਮਨ ਸੀਆਂ, 8 ਅਸੀਂ ਜਿੱਤੀਆਂ, 3 ਬੀਐਸਪੀ ਨੇ ਜਿੱਤੀਆਂ। ਉਹ ਰਿਜ਼ਲਟ ਸਾਹਮਣੇ ਹੈ ਨਾ। ਹੁਣ ਜਿਹੜਾ ਸਮਝੌਤਾ ਹੋਇਆ ਉਹ ਇੱਥੇ ਪੰਜਾਬ 'ਚ ਅਸੀਂ ਨਹੀਂ ਕੀਤਾ, ਇਹ ਮਾਇਆਵਤੀ ਜੀ ਨੇ ਤਾਂ ਜਿਹੜੇ ਉਹਨਾਂ ਦੇ ਸਾਡੇ ਪਾਰਟੀ ਸੀਨੀਅਰ ਲੀਡਰ ਆ ਗੁਜਰਾਲ ਹੁਣੀ ਜਾਂ ਭੁੰਦੜ ਸਾਹਿਬ ਨੇ, ਸੁਖਬੀਰ ਸਿੰਘ ਬਾਦਲ ਨੇ, ਇਹਨਾਂ ਨੇ ਕੀਤਾ। ਜਿੰਨੀਆਂ ਸੀਟਾਂ ਉਹਨਾਂ ਨੇ ਮੰਗੀਆਂ, ਸੀਟਾਂ ਦੀ ਵੰਡ ਵੀ ਜਿਹੜੀ ਆ ਉਹਨਾਂ ਨੇ ਉੱਥੇ ਸਾਰੀ ਬੈਠ ਕੇ ਉਹਨਾਂ ਦੇ ਜਿਹੜੇ ਬੰਦੇ ਆਏ ਆ ਉਹਨਾਂ ਨੇ ਕੀਤੀ ਆ। ਕੋਈ ਧੱਕਾ ਕਿਸੇ ਨੇ ਨਹੀਂ ਕੀਤਾ, ਸਾਰੇ ਸੈਟੀਸਫਾਈ ਆ। ਕਿਤੇ ਬੀਐਸਪੀ ਦੱਸੋ ਮੈਨੂੰ ਕਿੱਥੇ ਬਗਾਵਤ ਹੋਈ ਆ ਬੀਐਸਪੀ ਦੀ? ਜਿੱਦਾਂ ਬਾਕੀਆਂ ਦੀ ਹੋ ਰਹੀਆਂ ਰੋਜ਼, ਸਾਡੀ ਤਾਂ ਕਿਤੇ ਨਹੀਂ ਹੋਈ। ਜੇ ਤਾਂ ਇਦਾਂ ਹੁੰਦੀ ਫਿਰ ਤਾਂ ਅਸੀਂ ਮੰਨ ਲੈਂਦੇ ਗੱਲ, ਉਸ ਕਰਕੇ ਸਾਰੇ ਸੈਟੀਸਫਾਈ ਆ। ਸਾਡੇ ਵਰਕਰ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਦੇ ਉਹ ਰਾਤ ਦਿਨ ਲੱਗੇ ਹੋਣ ਸੀਟਾਂ ਤੇ, ਔਰ ਮੇਰੇ ਹਲਕੇ ਦੇ ਵਿੱਚ ਜਿਹੜਾ ਬਹੁਜਨ ਸਮਾਜ ਪਾਰਟੀ ਦੇ ਵਰਕਰ ਆ ਉਹ ਰਾਤ ਦਿਨ ਕੰਮ ਕਰ ਰਹੇ ਆ, ਬੜੇ ਪਿਆਰ ਨਾਲ, ਬੜੀ ਸਾਂਝ ਪਈ ਆ ਆਪਸ ਵਿੱਚ ਹੀ। ਕੀ ਵਾਅਦੇ ਕਰਦੇ ਹੋ ਲੋਕਾਂ ਦੇ ਨਾਲ? ਦੇਖੋ ਵਾਅਦੇ ਤਾਂ ਅਸੀਂ ਇਹੀ ਕਰਦੇ ਆ ਕਿ ਅਸੀਂ ਜਿੱਦਾਂ ਪਹਿਲਾਂ ਵੀ ਸਾਡਾ ਜੋ ਅਸੀਂ ਵਾਅਦੇ ਕੀਤੇ ਅਸੀਂ ਪੂਰੇ ਕੀਤੇ ਆ, ਹੁਣ ਵੀ ਜਿਹੜੇ ਕਰ ਰਹੇ ਆ ਪੂਰੇ ਕਰਾਂਗੇ। ਚਾਹੇ ਕਿਸਾਨਾਂ ਦੇ ਮਸਲੇ ਆ, ਚਾਹੇ ਆਪਣੇ ਮੁਲਾਜ਼ਮਾਂ ਦੇ ਆ, ਗਰੀਬਾਂ ਦੇ ਮਸਲੇ ਆ, ਅਸੀਂ ਹਰ ਵਰਗ ਦੇ ਜਿਹੜੇ ਆ ਉਹਦੇ ਵਾਸਤੇ ਆਪਣਾ 13 ਨਿਕਾਤੀ ਪ੍ਰੋਗਰਾਮ ਦਿੱਤਾ, ਉਹ ਲੋਕਾਂ ਦੇ ਵਿੱਚ ਲੈ ਕੇ ਗਏ ਆ। ਉਹਨੂੰ ਦੱਸਿਆ ਕਿ ਇਹ ਸਰਕਾਰ ਆਉਣ ਤੇ ਕਰਾਂਗੇ। ਬਿਜਲੀ ਸਰਪਲਸ ਜਿਹੜੀ ਅਸੀਂ ਕਰਨ ਦਾ ਦੁਬਾਰਾ ਫੇਰ ਮਨ ਬਣਾਇਆ, ਔਰ 400 ਯੂਨਿਟ ਬਿਜਲੀ ਹਰ ਪਰਿਵਾਰ ਲਈ, ਜਾਂ ਕਿਸੇ ਕਮਿਊਨਿਟੀ ਦਾ ਆ, ਐਸਸੀ ਆ, ਬੀਸੀ ਆ, ਉਹ ਦੇਣ ਦਾ ਜਿਹੜਾ ਅਸੀਂ ਵਾਅਦਾ ਕੀਤਾ ਹੈਗਾ। ਔਰ ਨਾਲ ਜਿਹੜੇ ਗਰੀਬ ਪਰਿਵਾਰਾਂ ਦੀਆਂ ਔਰਤਾਂ ਨੇ ਨੀਲੇ ਕਾਰਡ ਧਾਰ ਕੇ ਜਿਹੜੀਆਂ, ਉਹਨਾਂ ਨੂੰ 2000 ਰੁਪਈਆ ਜਿਹੜਾ ਆ ਹਰ ਮਹੀਨੇ ਉਹ ਦੇਣ ਦਾ ਅਸੀਂ ਵਾਅਦਾ ਕੀਤਾ। ਵੱਡੀਆਂ ਜਿਹੜੀਆਂ ਗੱਲਾਂ 2 ਮੈਂ ਕਹਿਣੀ ਚਾਹੁੰਦਾ, ਇੱਕ ਐਜੂਕੇਸ਼ਨ ਵਾਸਤੇ ਅਸੀਂ ਜਿਹੜਾ ਉਹ ਕਰ ਰਹੇ ਹਾਂ ਕਿ ਚੰਗੇ ਜਿਹੜੇ ਆ ਆਪਣੇ ਮੈਗਾ ਸਕੂਲ ਉਹ ਅਸੀਂ ਸਥਾਪਿਤ ਕਰਨ ਦੀ ਗੱਲ ਕਰ ਰਹੇ ਹਾਂ। ਔਰ ਬੱਚਿਆਂ ਨੂੰ ਜਿਹੜੇ ਬਾਹਰ ਵਿਦੇਸ਼ ਪੜ੍ਹਨ ਜਾਂਦੇ ਆ ਜਿਨ੍ਹਾਂ ਨੇ, ਉਹਨਾਂ ਨੂੰ 10 ਲੱਖ ਰੁਪਈਆ ਵਿਦਆਊਟ ਇੰਟਰਸਟ ਉਹ ਅਸੀਂ ਦੇਣ ਦਾ ਪਲਾਨਿੰਗ ਕਰ ਰਹੇ ਹਾਂ। ਇਵੇਂ ਮੈਡੀਕਲ ਵਾਸਤੇ ਲੋਕਾਂ ਦੀ ਜਿਵੇਂ ਆ ਭਿਆਨਕ ਬਿਮਾਰੀਆਂ ਆਉਂਦੀਆਂ, ਕਈ ਕੋਲ ਪੈਸੇ ਨਹੀਂ ਹੈਗੇ, ਵਿਚਾਰੇ ਗਰੀਬ ਮਰ ਰਹੇ ਆ, ਉਹਨਾਂ ਨੂੰ 10 ਲੱਖ ਤੱਕ ਦਾ ਇਲਾਜ ਜਿਹੜਾ ਮੁਫਤ ਕਰਾਉਣ ਦੀ ਉਹ ਅਸੀਂ ਜਿਹੜੀ ਗੱਲ ਕਰ ਰਹੇ ਹਾਂ। ਔਰ ਕਿਸਾਨ ਨੂੰ ਰਾਹਤ ਦੇਣ ਵਾਸਤੇ 10 ਰੁਪਏ ਡੀਜ਼ਲ ਦਾ ਸਸਤਾ, ਉਹਦੀ ਜਿਹੜੀ ਸਬਜ਼ੀ ਆ, ਫਰੂਟ ਆ, ਦੁੱਧ ਆ, ਉਹਦੀ ਐਮਐਸਪੀ ਦੇਵਾਂਗੇ। ਔਰ ਜਿਹੜਾ ਫਸਲ ਬਰਬਾਦੀ ਹੋ ਜਾਂਦੀ, ਤੁਸੀਂ ਦੇਖਿਆ ਹੋਣਾ ਮਾਲਵੇ 'ਚ ਐਤਕੀ ਨਰਮਾ ਬਰਬਾਦ ਹੋ ਗਿਆ, ਸਰਕਾਰ ਨੇ ਐਲਾਨ ਕਰਦੀ ਰਹੀ ਪਰ ਹੁਣ ਥੋੜ੍ਹੇ ਪੈਸੇ ਦਿੱਤੇ ਆ, ਉਹ ਵੀ ਅਸੀਂ ਜਿਹੜਾ ਆ ਉਹਨਾਂ ਦਾ ਬੀਮਾ ਸਿਸਟਮ ਲਿਆ ਕੇ ਉਹਨਾਂ ਨੂੰ 50,000 ਰੁਪਈਆ ਪਰ ਏਕੜ ਦਾ ਮੁਆਵਜ਼ਾ ਦੇਣ ਲਈ ਅਸੀਂ ਜਿਹੜਾ ਉਹ ਪ੍ਰਬੰਧ ਕਰਾਂਗੇ। ਇਹ ਅਸੀਂ ਲੋਕਾਂ ਦੇ ਨਾਲ ਰੋਜ਼ਗਾਰ ਲਈ ਕੁਝ ਕੀਤਾ, ਕਿਉਂਕਿ ਕਹਿੰਦੇ ਨੇ ਦੁਆਬਾ ਸਾਰਾ ਬੇਰੁਜ਼ਗਾਰ ਬੈਠਾ ਤਾਂ ਕਰਕੇ ਵਿਦੇਸ਼ਾਂ 'ਚ ਬੈਠਾ ਹੈ। ਨਹੀਂ, ਉਹਦੇ ਕਈ ਕਾਰਨ ਆ। ਦੁਆਬੇ ਦੇ ਲੋਕ ਜਿਹੜੇ ਆ ਅਗਾਂਹ ਵਧੂਗਾ, ਇਹ ਬਾਹਰਲੇ ਵਿਦੇਸ਼ਾਂ ਵਿੱਚ ਜਾ ਕੇ ਪਹਿਲਾਂ ਵੀ ਦੁਆਬੇ ਨੂੰ ਡਿਵੈਲਪ ਕੀਤਾ, ਅੱਜ ਵੀ ਉਹ ਸੋਚ ਵਾ। ਪਰ ਅਸੀਂ ਰੁਜ਼ਗਾਰ ਵਾਸਤੇ ਐਜੂਕੇਸ਼ਨ ਦੇ ਵਿੱਚ ਥੋੜ੍ਹੀ ਤਬਦੀਲੀ ਕਰਨੀ ਚਾਹੁੰਦੇ ਹਾਂ, ਸਕਿਲਡ ਐਜੂਕੇਸ਼ਨ ਲੈ ਕੇ ਆਵਾਂਗੇ। ਔਰ ਜਿਹੜੇ ਬੱਚੇ ਜਿੰਨੇ ਵੀ ਪੰਜਾਬ ਵਿੱਚ ਇੰਡਸਟਰੀ ਆ ਉਹਦੇ ਵਿੱਚ 75% ਪੰਜਾਬ ਦੇ ਬੱਚਿਆਂ ਨੂੰ ਉਹ ਕੰਮ ਦੇਣ ਦਾ ਅਸੀਂ ਕਰ ਰਹੇ ਹਾਂ। ਤੇ ਜਾਂ ਫਿਰ ਜਿਹੜੇ ਮਤਲਬ ਬਾਹਰ ਜਾਣਾ ਚਾਹੁੰਦੇ ਆ, ਸਾਡੇ ਜਿਹੜੇ ਕਈ ਗਰੀਬ ਪਰਿਵਾਰਾਂ ਦੇ ਬੱਚੇ ਆ, ਉਹਨਾਂ ਕੋਲ ਪੈਸੇ ਹੈ ਨਹੀਂ, ਉਹਨਾਂ ਨੂੰ 10 ਲੱਖ ਤੱਕ ਦਾ ਜਿਹੜਾ ਆਪਾਂ ਜਿੱਦਾਂ ਉਹ ਬਗੈਰ ਇੰਟਰਸਟ ਤੋਂ ਉਹ ਪੈਸੇ ਦੇਣੇ ਤਾਂ ਕਿ ਸਾਡੇ ਬੱਚੇ ਜਿਹੜੇ ਆ ਉਹ ਜਸਟ ਹੋ ਸਕਣ। ਹਰ ਵਰਗ ਲਈ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਉਹ ਪਲੈਨਿੰਗ ਕਰ ਰਿਹਾ। ਆਖਰੀ ਸਵਾਲ ਕਰੂੰਗੀ, ਚੱਬੇਵਾਲ ਤੋਂ ਮੁਕਾਬਲਾ ਕਿਸ ਨਾਲ ਮੰਨਦੇ ਹੋ? ਦੇਖੋ ਮੁਕਾਬਲਾ ਚੱਬੇਵਾਲ ਤੋਂ ਮੈਂ ਸਮਝਦਾ ਕਿ ਹਾਲ ਜੋ ਉਹ ਕਾਂਗਰਸ ਦਾ ਹੀ ਮੁਕਾਬਲਾ ਹੋਣਾ, ਕਿਉਂਕਿ ਬਾਕੀ ਕੋਈ ਹੋਰ ਜਿਹੜੇ ਕੈਂਡੀਡੇਟਾਂ ਦੇ ਕੋਈ ਬਹੁਤਾ ਆਧਾਰ ਨਹੀਂ ਹੈਗਾ। ਆਪ ਦਾ ਆਧਾਰ ਹੈ ਨਹੀਂ ਦੁਆਬਾ 'ਚ? ਨਹੀਂ, ਉਹ 17 ਵਾਲੀ ਗੱਲ ਕਿਤੇ ਤੁਹਾਨੂੰ ਦੇਖਣ ਨੂੰ ਨਹੀਂ ਮਿਲੂਗੀ, ਕਿਤੇ ਹੋਇਆ ਥੋੜਾ ਬਹੁਤ ਦੀ ਦੂਜੀ ਗੱਲ ਦੀ ਆ। ਪਰ ਜਿਹੜਾ ਮੁਕਾਬਲਾ ਉਹ ਕਾਂਗਰਸ ਨਾਲ ਹੋਣਾ, ਪਰ ਕਾਂਗਰਸ ਦੀ ਜਿਹੜੀ ਆ ਉਹ ਤੇ ਜਿਹੜੀ ਆ ਲੋਕਾਂ ਦਾ ਮਨ ਜਿਹੜਾ ਉਹ ਭਰ ਗਿਆ, ਉਹਨਾਂ ਦੀ ਵਿਰੋਧਤਾ ਜਿਹੜੀ ਆ ਤੁਹਾਨੂੰ ਪਿੰਡ ਕਰ ਦੇਖਣ ਨੂੰ। ਅਕਾਲੀ ਸਰਕਾਰ ਬਣ ਰਹੀ ਹੈ ਅਗਲੀ ਵਾਰ? ਬਿਲਕੁਲ ਪੱਕੀ ਬਣੂਗੀ। ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣ ਜਾ ਰਹੀ ਹੈ ਔਰ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੇ ਉਹ ਬਣ ਗਏ। ਸੋ ਧੰਨਵਾਦ ਜੀ ਗੱਲ ਕਰਦੇ ਸੋ ਇਹ ਸਨ ਜੀ ਚੱਬੇਵਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੋਹਣ ਸਿੰਘ ਠੰਡਲ, ਸਾਬਕਾ ਮੰਤਰੀ ਵੀ ਰਹੇ ਨੇ, ਵਿਧਾਇਕ ਵੀ ਰਹੇ ਨੇ, ਸੀਨੀਅਰ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ, ਤੇ ਵਾਅਦਾ ਕਰ ਰਹੇ ਨੇ ਲੋਕਾਂ ਦੇ ਨਾਲ ਕਿ ਜੇਕਰ ਵਿਧਾਇਕ ਬਣਦੇ ਨੇ ਤਾਂ ਬਹੁਤ ਸਾਰੇ ਮੁੱਦੇ ਜੋ ਹੈਗੇ ਨੇ ਚੱਬੇਵਾਲ ਦੇ ਵਿੱਚ ਨੇ, ਚਾਹੇ ਉਸ ਨਸ਼ੇ ਦਾ ਮੁੱਦਾ ਹੈ, ਚਾਹੇ ਵਿਕਾਸ ਦਾ ਮੁੱਦਾ ਹੈ, ਤਾਂ ਸਾਰੇ ਹੱਲ ਕਰਨਗੇ।